ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਗੁਰਬਾਣੀ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਵੀ ਅਜੀਤ ਸਿੰਘ ਜੀ ਸਾਡੇ ਨਾਲ ਸਾਂਝੀ ਕਰਦੇ ਆ ਰਹੇ ਹਨ। ਉਸੇ ਲੜੀ ਦੇ ਵਿੱਚ ਅਗਲਾ ਹਿੱਸਾ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਸੰਗਤ ਨਾਲ ਸਾਂਝੀ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਗੁਰਬਾਣੀ ਵਿੱਚ ਆਈ ਹੋਈ ਸੰਕੇਤਕ ਸ਼ਬਦਾਵਲੀ, ਸੰਕੇਤ ਕੋਸ਼, ਉਹਦੇ ਵਿੱਚੋਂ ਅਸੀਂ ਸ਼ਬਦਾਂ ਦੇ ਵਿਚਾਰ ਹਰ ਹਫ਼ਤੇ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਇਹਨਾਂ ਸ਼ਬਦਾਂ ਦਾ ਇਸਤੇਮਾਲ ਕਿਵੇਂ ਹੋਇਆ, ਕਿਉਂ ਹੋਇਆ, ਇਸ ਦੇ ਭਾਵ ਅਰਥ ਕੀ ਹਨ, ਕਿੱਥੋਂ ਸ਼ਬਦ ਦਾ ਉਤਪਤੀ ਕੀ ਹੈ, ਇਹ ਵਿਚਾਰ ਅਸੀਂ ਕਰਦੇ ਆ ਰਹੇ ਹਾਂ। ਪੱਪੇ ਤੋਂ ਸ਼ੁਰੂ ਹੋਣ ਵਾਲੇ ਜੋ ਸ਼ਬਦ ਸਨ, ਅੱਖਰ ਸਨ, ਉਹਨਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਅਸੀਂ ਅਖੀਰ ਤੇ ਜਾ ਕੇ ਪੂਜਾ ਦੀ ਗੱਲ ਕੀਤੀ ਸੀ। ਅਰਕ ਪੂਜਾ ਮੈਂ ਬਹੁਵਿਧ ਖੋਜੀ, ਸਾ ਪੂਜਾ ਜੇ ਹਰ ਭਾਵਸ ਹਰ ਭਵਾਸ। ਇਹ ਕਾਨੜਾ ਰਾਗ ਦਾ ਸ਼ਬਦ ਹੈ ਕਿ ਪੂਜਾ ਉਹੀ ਹੈ ਜਿਹੜੀ ਮੇਰੇ ਪਿਆਰੇ ਨੂੰ ਚੰਗੀ ਲੱਗੀ, ਬਾਕੀ ਪੂਜਾ ਜੋ ਅਸੀਂ ਕਰਦੇ ਹਾਂ ਇਹ ਸਾਰਾ ਦਿਖਾਵਾ ਹੈ। ਅੱਜ ਅਗਲਾ ਸ਼ਬਦ ਅਸੀਂ ਸ਼ੁਰੂ ਕਰਦੇ ਹਾਂ, ਪੂਤਨਾ। ਪ੍ਰਾਤਨ ਕਥਾ ਦੇ ਅਨੁਸਾਰ ਪੂਤਨਾ ਇੱਕ ਰਾਖਸ਼ਣੀ ਸੀਗੀ ਜੋ ਰਾਜੇ ਬਲ ਦੀ ਧੀ ਤੇ ਬਕਾਸੁਰ ਤੇ ਅਗਾਸੁਰ ਦੀ ਭੈਣ ਸੀ। ਜਦੋਂ ਕ੍ਰਿਸ਼ਨ ਜੀ ਗੋਕਲ ਦੇ ਵਿੱਚ ਨੰਦ ਦੇ ਘਰ ਪਾਲਣਾ ਪੋਸ਼ਣਾ ਜਦੋਂ ਉਹਨਾਂ ਦੀ ਹੋ ਰਹੀ ਸੀ, ਤਾਂ ਵਿਰੋਧੀਆਂ ਨੇ, ਰਾਜੇ ਕੰਸ ਨੇ ਕ੍ਰਿਸ਼ਨ ਨੂੰ ਮਾਰਨ ਦੇ ਲਈ ਪੂਤਨਾ ਨੂੰ ਭੇਜਿਆ। ਕਿਹਾ ਜਾਂਦਾ ਹੈ ਕਿ ਉਹਨੇ ਸਾਜ਼ਿਸ਼ ਕਰਕੇ ਆਪਣੀ ਛਾਤੀ ਨੂੰ ਦੁਧੀਆਂ ਨੂੰ ਜ਼ਹਿਰ ਲਾ ਲਿਆ ਤਾਂ ਕਿ ਦੁੱਧ ਚੁੰਘਾਉਣ ਦੇ ਬਹਾਨੇ ਜ਼ਹਿਰ ਦੇ ਕੇ ਕ੍ਰਿਸ਼ਨ ਨੂੰ ਮਾਰ ਦਿੱਤਾ ਜਾਵੇ। ਕ੍ਰਿਸ਼ਨ ਜੀ ਨੇ ਉਹਨੂੰ ਥਾਂ ਹੀ ਮਾਰ ਦਿੱਤਾ। ਆਮ ਖਿਆਲ ਇਹ ਹੈ ਕਿ ਕਿਉਂਕਿ ਕ੍ਰਿਸ਼ਨ ਜੀ ਨੂੰ ਭਗਵਾਨ ਮੰਨਿਆ ਜਾਂਦਾ ਸੀ, ਉਹਨਾਂ ਦੇ ਸਪਰਸ਼ ਹੋਣ ਕਰਕੇ ਉਹਦਾ ਪੂਤਨਾ ਦਾ ਉਧਾਰ ਵੀ ਹੋ ਗਿਆ। ਇਸੇ ਕਰਕੇ ਗੁਰਬਾਣੀ ਦਾ ਜੋ ਪ੍ਰਮਾਣ ਸਾਨੂੰ ਮਿਲਦਾ ਹੈ, ਸਤਿਗੁਰੂ ਪਤ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਨਾਮਦੇਵ ਜੀ ਨੇ ਕੌਂਡ ਰਾਗ ਚ ਨੂੰ ਇਸਤੇਮਾਲ ਕੀਤਾ। ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟੈ ਭਰੀ। ਕਪਟ ਨਾਲ ਭਰੀ ਹੋਈ ਸੀ, ਪਰ ਜਦੋਂ ਖਿਆਲ ਆਇਆ ਹਰ ਹਰ ਹਰੀ ਦਾ ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਤੇ ਉਹ ਜਿਹੜੀ ਬਾਲ ਦਾ ਘਾਤ ਕਰਨ ਆਈ ਸੀ ਉਹਦਾ ਵੀ ਉਧਾਰ ਹੋ ਗਿਆ। ਇਹ ਚਲੀਆਂ ਆਉਂਦੀਆਂ ਕਥਾਵਾਂ ਹਨ, ਜਿਨ੍ਹਾਂ ਕਥਾਵਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਜ਼ ਇਟ ਇਜ਼ ਕੀਤਾ ਗਿਆ। ਇਹਨਾਂ ਦਾ ਸੱਚ ਕੀ ਹੈ, ਇਹਨਾਂ ਦੀ ਅਸਲੀਅਤ ਕੀ ਹੈ, ਇਹਦਾ ਕੋਈ ਮਕਸਦ ਨਹੀਂ ਸਾਡੇ ਨਾਲ, ਜਾਂ ਵਿਚਾਰ ਦਾ ਜਾਂ ਦ੍ਰਿਸ਼ਟੀ ਦਾ ਕੋਈ ਮਸਲਾ ਨਹੀਂ ਹੈ। ਸਿਰਫ ਇੰਨਾ ਕੀ ਮਸਲਾ ਸਮਝਣ ਦੀ ਲੋੜ ਹੈ ਵੀ ਇਹ ਸ਼ਬਦ ਆਇਆ ਕਿੱਥੋਂ, ਕਿਉਂ ਇਸਤੇਮਾਲ ਕੀਤਾ ਗਿਆ, ਕਿਉਂ ਵਰਤਿਆ ਗਿਆ, ਇਹਦਾ ਭਾਵ ਕੀ ਹੈ। ਇਹ ਜਿਹੜੀ ਚੀਜ਼ ਹੈ ਇਹ ਦੇਖਣ ਦੀ ਲੋੜ ਹੁੰਦੀ ਹੈ, ਨਾ ਕਿ ਸਾਨੂੰ ਇਹਦੇ ਦੂਜੇ ਅਰਥਾਂ ਦੀ ਦੇਖਣ ਦੀ ਲੋੜ ਪੈਂਦੀ ਹੈ। ਤੋ ਇਹ ਸਾਹਿਬ ਸਿੰਘ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਰਪਣ ਕੀਤਾ ਤਾਂ ਉਹਦੇ ਵਿੱਚ ਇਹਦਾ ਅੱਗੇ ਜਾ ਕੇ ਹੋਰ ਵੀ ਡਿਟੇਲ ਜਿਹੜੀ ਵੇਰਵਾ ਦਿੱਤਾ ਹੋਇਆ, ਲੇਕਿਨ ਜੋ ਆਪਣਾ ਛੋਟਾ ਜਿਹਾ ਭਾਵ ਹੈ ਉਹਨੂੰ ਸਮਝਣ ਦੀ ਲੋੜ ਹੈ, ਉਹ ਇੰਨਾ ਕੀ ਹੈ। ਅਗਲਾ ਸ਼ਬਦ ਅਸੀਂ ਲੈਂਦੇ ਹਾਂ, ਪੈਗੰਬਰ। ਪੈਗੰਬਰ ਫਾਰਸੀ ਦਾ ਇੱਕ ਪਦਾ ਹੈ ਜਿਸ ਦਾ ਅਰਥ ਹੁੰਦਾ ਹੈ ਸੁਨੇਹਾ ਲਿਆਉਣ ਵਾਲਾ, ਪੈਗਾਮ ਲਿਆਉਣ ਵਾਲਾ।
ਜੋ ਰੱਬੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਾਲਾ ਜਿਹੜਾ ਵਿਅਕਤੀ ਨੂੰ ਪੈਗੰਬਰ ਕਿਹਾ ਜਾਂਦਾ ਹੈ। ਕਹਿੰਦੇ ਨੇ ਕਿ ਜਿਬਰਾਇਲ ਫਰਿਸ਼ਤੇ ਨੇ ਖੁਦਾ ਪਾਸੋਂ, ਖੁਦਾ ਕੋਲੋਂ ਆਇਤਾਂ ਸੁਣ ਕੇ ਮੁਹੰਮਦ ਸਾਹਿਬ ਪਾਸ ਪਹੁੰਚਾਈਆਂ ਤੇ ਅੱਗੋਂ ਇਹ ਪੈਗਾਮ, ਇਹ ਸੁਨੇਹਾ ਮੁਹੰਮਦ ਸਾਹਿਬ ਨੇ ਲੋਕਾਂ ਨੂੰ ਦਿੱਤਾ। ਇਸ ਕਰਕੇ ਹਜ਼ਰਤ ਮੁਹੰਮਦ ਸਾਹਿਬ ਨੂੰ ਨਬੀ ਜਾਂ ਪੈਗੰਬਰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਹਜ਼ਰਤ ਇਬਰਾਹਿਮ, ਹਜ਼ਰਤ ਮੂਸਾ, ਹਜ਼ਰਤ ਸੁਲੇਮਾਨ, ਇਹਨਾਂ ਨੂੰ ਵੀ ਇਸੇ ਵਿਸ਼ੇਸ਼ਣ ਦੇ ਨਾਲ ਹੀ ਯਾਦ ਕੀਤਾ ਜਾਂਦਾ ਹੈ। ਇਹਨਾਂ ਨੂੰ ਵੀ ਪੈਗੰਬਰ ਕਿਹਾ ਜਾਂਦਾ ਹੈ। ਦੂਜੇ ਮਜ਼੍ਹਬਾਂ ਵਿੱਚ ਪੈਗੰਬਰ ਦਾ ਦਰਜਾ ਬਹੁਤ ਉੱਚਾ ਹੈ, ਪਰ ਗੁਰੂ ਸਾਹਿਬ ਜੀ ਨੇ ਇਸ ਵਿਚਾਰ ਦੇ ਨਾਲ ਸਹਿਮਤੀ ਨਹੀਂ ਪ੍ਰਗਟਾਈ। ਸਤਿਗੁਰੂ ਜੀ ਦੀਆਂ ਲਿਖਤਾਂ ਵਿੱਚ ਜਾਂ ਸਤਿਗੁਰੂ ਦੀਆਂ ਨਜ਼ਰਾਂ ਵਿੱਚ ਉਹ ਮੌਲਾ, ਉਹ ਅੱਲਾ, ਉਹ ਵਾਹਿਗੁਰੂ, ਉਹ ਪਰਮੇਸ਼ਰ, ਉਹੀ ਸਭ ਦਾ ਪੈਗੰਬਰ ਹੈ। ਉਹਦੀ ਬਣਾਈ ਹੋਈ ਰਚਨਾ ਜਿਹੜੀ ਹੈ ਉਹ ਪੈਗੰਬਰ ਨਹੀਂ ਬਣ ਸਕਦੀ। ਸਤਿਕਾਰਯੋਗ ਹੋ ਸਕਦੇ ਹਨ, ਵਧੀਆ ਹੋਰ ਉਹਨਾਂ ਨੂੰ ਨਾਮ ਦਿੱਤਾ ਜਾ ਸਕਦਾ ਹੈ, ਲੇਕਿਨ ਮਿਹਰਬਾਨ ਮੌਲਾ ਤੂੰ ਹੀ ਏਕ, ਪੀਰ ਪੈਗੰਬਰ ਸ਼ੇਖ, ਦਿਲ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਤੇ ਪਾਕ। ਇਹ ਬਚਨ ਸਤਿਗੁਰੂ ਜੀ ਦੇ 897 ਅੰਕ ਦੇ ਉੱਤੇ ਰਾਮਕਲੀ ਰਾਗ ਦੇ ਵਿੱਚ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 897 ਦੇ ਉੱਤੇ ਇਹ ਬਚਨ ਦਰਜ ਹਨ। ਇੱਥੋਂ ਇਹ ਗੱਲ ਸਮਝ ਆ ਜਾਂਦੀ ਹੈ ਸ਼ਬਦ ਪੜ੍ਹ ਕੇ, हे ਮੇਰੇ ਮਾਲਕ, ਤੂੰ ਹੀ ਮਿਹਰਬਾਨ ਹੈ, ਤੂੰ ਹੀ ਅੱਲਾ ਹੈ, ਤੂੰ ਹੀ ਮੌਲਾ ਹੈ, ਤੂੰ ਹੀ ਸਭ ਕੁਝ ਬਣਾਉਣ ਵਾਲਾ ਹੈ, ਤੂੰ ਹੀ ਸਭ ਕੁਝ ਕਰਨ ਵਾਲਾ ਹੈ, ਤੇਰਾ ਹੀ ਸਾਰਾ ਪ੍ਰਤਾਪ ਹੈ, ਤੂੰ ਹੀ ਪੀਰ ਹੈ, ਤੂੰ ਹੀ ਪੈਗੰਬਰ ਹੈ, ਤੂੰ ਹੀ ਸ਼ੇਖ ਹੈ। ਇਹ ਸਾਰੀਆਂ ਚੀਜ਼ਾਂ ਗੁਰੂ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਰਾਹੀਂ ਰਾਮਕਲੀ ਰਾਗ ਦੇ ਸ਼ਬਦ ਰਾਹੀਂ ਸਾਡੇ ਸਾਹਮਣੇ ਰੱਖੀਆਂ ਹਨ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤ ਜਿਹੜੀ ਹੈ ਉਹ ਪਰਮਪਿਤਾ ਪਰਮੇਸ਼ਰ ਨੂੰ ਹੀ ਸੁਪਰੀਮ ਹਸਤੀ ਮੰਨਦੀ ਹੈ। ਪਰਮਪਿਤਾ ਪਰਮੇਸ਼ਰ ਦੇ ਨਾਲ ਹੀ ਆਪਣੇ ਪਿਆਰ ਪਾਉਣ ਦੀ ਗੱਲ ਕਰਦੀ ਹੈ। ਪਰਮਪਿਤਾ ਪਰਮੇਸ਼ਰ ਦੇ ਨਾਲ ਹੀ ਜੁੜ ਕੇ ਆਪਣੇ ਜੀਵਨ ਦਾ ਉਧਾਰ ਕਰਨ ਦੀ ਗੱਲ ਜਿਹੜੀ ਹੈ ਗੁਰਮਤ ਨੇ ਕੀਤੀ ਹੈ। ਇੱਥੋਂ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰਮਤ ਨੇ ਇਸ ਵਿਚਾਰ ਦੇ ਨਾਲ ਆਪਣੀ ਸਹਿਮਤੀ ਨਹੀਂ ਪ੍ਰਗਟਾਈ। ਇੱਕ ਹੋਰ ਸ਼ਬਦ ਕੱਪੇ ਤੋਂ ਸ਼ੁਰੂ ਹੁੰਦਾ ਹੈ, ਜਿਹਦਾ ਅੱਜ ਇੱਕ ਸਵਾਲ ਵੀ ਆਇਆ ਸੀ, ਪੜਤਾਲ। ਬੜਾ ਸੰਖੇਪ ਜਿਹਾ ਅਰਥ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਲੇਖਾਂ 'ਚ ਕਈ ਵਾਰੀ ਇਹ ਸ਼ਬਦ ਵਰਤਿਆ ਗਿਆ ਹੈ। ਕਿਸੇ ਰਾਗ ਵਿਸ਼ੇਸ਼ ਦੇ ਨਾਮ ਨਾਲ ਪੜਤਾਲ ਸ਼ਬਦ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਇਹਦਾ ਸ਼ਬਦ ਹੈ, ਪੜਤਾਲ ਦਾ ਲਫ਼ਜ਼ ਅਰਥ ਹੈ ਪਰਤਾਓ ਤਾਲ, ਤਾਲ ਨੂੰ ਪਰਤਣਾ, ਤਾਲ ਨੂੰ ਬਦਲਣਾ। ਜਦੋਂ ਬਾਰ-ਬਾਰ ਤਾਲ ਬਦਲਿਆ ਜਾਂਦਾ ਹੈ, ਹਰ ਅੰਕ ਵਿੱਚ ਤਾਲ ਦੀ ਬਦਲੀ ਹੋ ਜਾਂਦੀ ਹੈ, ਤਾਂ ਉਹਨੂੰ ਪੜਤਾਲ ਕਿਹਾ ਜਾਂਦਾ ਹੈ। ਅਜਿਹੇ ਸ਼ਬਦਾਂ ਵਿੱਚ ਤਾਲ ਨੂੰ ਮੁੜ-ਮੁੜ ਕੇ ਬਦਲਿਆ ਜਾਂਦਾ ਹੈ। ਜਿਵੇਂ ਨਟ ਨਰਾਇਣ ਦੇ ਵਿੱਚ ਅਸੀਂ ਇੱਕ ਸ਼ਬਦ ਵੇਖਦੇ ਹਾਂ ਗੁਰੂ ਰਾਮਦਾਸ ਮਹਾਰਾਜ ਦਾ, ਜਿੱਥੇ ਉਹਦਾ ਸਿਰਲੇਖ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਟ ਨਰਾਇਣ, ਮਹਿਲਾ ਚੌਥਾ, ਪੜਤਾਲ। ਮੇਰੇ ਮਨ ਸੇਵ ਸਬਲ ਹਰ ਘਾਲ, ਲੈ ਗੁਰ ਪਗ ਰੇਨ ਰਵਾਲ, ਸਭ ਦਲਿਦ ਭਜ ਦੁਖ ਦਾਲ, ਹਰ ਹੋ ਨਦਰ ਨਿਹਾਲ। ਅੱਗੇ ਇਹਦੀ ਚੇਨ ਜਿਹੜੀ ਹੈ ਬਦਲ ਜਾਂਦੀਆਂ ਹਨ, ਸਿਸਟਮ ਬਦਲ ਜਾਂਦਾ ਹੈ। ਤੋ ਪੜਤਾਲ ਦਾ ਜੋ ਸ਼ਬਦੀ ਅਰਥ ਬਣਦਾ ਹੈ ਉਹ ਤਾਲ ਨੂੰ ਬਦਲਣਾ, ਤਾਲ ਦਾ ਦੁਹਰਾਉਣਾ। ਤੋ ਪੜਤਾਲ ਦੀ ਸੂਚਨਾ ਦੇਣ ਦੇ ਲਈ ਸਤਿਗੁਰੂ ਜੀ ਨੇ ਸਪੈਸ਼ਲ ਦੇ ਉੱਤੇ ਇਹ ਲਿਖ ਦਿੱਤਾ, ਲਿਖਤ ਵਿੱਚ ਪਾ ਦਿੱਤਾ ਵੀ ਸ਼ਬਦ ਵਿੱਚ ਤਾਲ ਦੀ ਬਦਲੋ, ਵਾਰ-ਵਾਰ ਬਦਲੀ ਹੋਏਗੀ। ਇਸ ਵਾਸਤੇ ਉਹਦੇ ਉੱਤੇ ਪੜਤਾਲ ਲਫ਼ਜ਼ ਲਿਖ ਦਿੱਤਾ। ਨਟ ਰਾਗ ਵਿੱਚ ਇੱਕ ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਪੜਤਾਲ ਹੈ, ਜਿਹਦਾ ਸਿਰਲੇਖ ਹੈ, ਕੋ ਹੈ ਮੇਰੋ ਸਾਜਨ ਮੀਤ, ਹਰ ਨਾਮ ਸੁਨਾਵੇ ਨੀਤ, ਬਿਨਸੈ ਦੁਖ ਪ੍ਰੀਤ ਵਿਪਰੀਤ, ਸਭ ਅਰਪੁ ਮੰਤਨ ਚੀਤ, ਕੋਈ ਬਿਰਲਾ ਆਪਨ ਕੀਤ, ਸੰਗ ਚਰਨ ਕਮਲ ਮਨ ਸੀਤ, ਕਰ ਕਿਰਪਾ ਹਰ ਜਸਜੀਤ, ਹਰ ਭਜ ਜਨਮ ਪਦਾਰਥ ਜੀਤ।
ਤੋ ਇਹਦੇ ਵਿੱਚ ਵੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਅਗਲੀ ਗੱਲ ਸਮਝਾਈ ਹੈ। ਪੜਤਾਲ ਦਾ ਸਰਲੇਖ ਦੇਖੇ, ਕੋਟ ਪਤਤ ਹੋਏ ਪਨੀਤ, ਨਾਨਕ ਦਾਸ ਬਲ ਬਲ ਕੀਤ। ਤੋ ਪੜਤਾਲ ਦਾ ਅਰਥ ਹੈ ਬਾਰ-ਬਾਰ ਤਾਲ ਦਾ ਬਦਲਣਾ, ਬਾਰ-ਬਾਰ ਤਾਲ ਨੂੰ। ਉਸ ਪਹਿਲੀ ਕਲਾਸ ਵਿੱਚ ਸਵਾਲ ਸੀ, ਉਹਦਾ ਜਵਾਬ ਅੱਜ ਦਿੱਤਾ ਗਿਆ ਹੈ। ਅੱਗੇ ਚੱਲਦੇ ਹਾਂ ਜੀ, ਅਸੀਂ ਅਗਲਾ ਸ਼ਬਦ ਲੈਂਦੇ ਹਾਂ ਪੰਜ ਸ਼ਬਦ। ਇਹ ਕਾਫੀ ਲੰਬਾ ਚੌੜਾ ਇਹਦੀ ਵਿਆਖਿਆ ਹੈ। ਪੰਜ ਸ਼ਬਦ ਦੀ ਵਿਚਾਰ ਜਿਹੜੀ ਹੈ, ਇਹ ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਮਹਾਨ ਕੋਸ਼ ਵਿੱਚ ਬਹੁਤ ਵਿਆਖਿਆ ਨਾਲ ਕੀਤੀ ਹੈ। ਔਰ ਪੰਜ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਗੁਰਮਤਿ ਮਾਰਤਾਂਡ ਦੇ ਵਿੱਚ ਵੀ ਕੀਤੀ ਗਈ। ਪੰਜ ਸ਼ਬਦ ਦੀ ਵਿਆਖਿਆ ਜਿਹੜੀ ਹੈ ਉਹ ਸੰਕੇਤ ਕੋਸ਼ ਦੇ ਵਿੱਚ ਵੀ ਕੀਤੀ ਗਈ। ਤੇ ਪੰਜ ਸ਼ਬਦ ਦੀ ਵਿਆਖਿਆ ਬਹੁਤ ਸਾਰੇ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਵੀ ਕੀਤੀ ਹੈ। ਆਪਾਂ ਸੰਖੇਪ ਦੇ ਵਿੱਚ ਗੱਲ ਕਰੀਏ ਵੀ ਪੰਜ ਸਾਜ਼ਾਂ ਦੀ ਧੁਨ ਨੂੰ ਪੰਜ ਸ਼ਬਦ ਕਹਿ ਕੇ ਵਰਣਨ ਕੀਤਾ ਜਾਂਦਾ ਹੈ। ਭਾਰਤੀ ਸੰਗੀਤ ਦੇ ਵਿੱਚ ਇਹ ਵਾਜੇ ਹਨ ਤਤ, ਤਤ ਦਾ ਅਰਥ ਤਾਰ ਅਤੇ ਤੰਦ ਵਾਲੇ ਸਾਜ਼, ਜਿਵੇਂ ਰਵਾਬ, ਸਤਾਰ ਤੇ ਹੋਰ ਸਾਜ਼ ਆ। ਬ੍ਰਿਤ ਹੈ ਜੋ ਚੰਮ ਨਾਲ ਮੜੇ ਸਾਜ਼, ਜਿਵੇਂ ਢੋਲਕੀ, ਜੋੜੀ, ਜਿਹਨੂੰ ਤਬਲਾ ਵੀ ਅੱਜ ਕੱਲ੍ਹ ਅਸੀਂ ਕਹਿੰਦੇ ਆ। ਤੀਜਾ ਹੈ ਕਣ, ਜਿਹੜਾ ਧਾਤ ਦੇ ਬਣੇ ਹੋਏ ਸਾਜ਼, ਜਿਵੇਂ ਚਮਟਾ ਵਜਾਉਂਦੇ ਆ, ਕੈਂਚੀਆਂ, ਛੈਣੇ, ਇਸ ਨੂੰ ਅਸੀਂ ਇਸ ਤਰ੍ਹਾਂ ਧਾਤ ਨਾਲ ਬਣੇ ਹੋਏ ਜਿਹੜੇ ਸਾਜ਼ ਨੇ। ਨਾਦ, ਜਿਨ੍ਹਾਂ ਦੇ ਪਲਾੜ ਵਿੱਚੋਂ ਹੱਥ ਮਾਰ ਕੇ ਆਵਾਜ਼ ਕੱਢੀ ਦੀ ਹੈ, ਜਿਵੇਂ ਘੜਾ, ਜਿਹਨਾਂ ਦੇ ਅੰਦਰੋਂ ਹੱਥ ਮਾਰ ਕੇ ਬਾਹਰੋਂ ਆਵਾਜ਼ ਜਿਹੜੀ ਹੈ, ਘੜਾ ਵਜਾ ਕੇ ਆਵਾਜ਼ ਆਵੇ, ਉਹਨੂੰ ਨਾਦ ਕਿਹਾ ਜਾਂਦਾ ਹੈ। ਇੱਕ ਹੈ ਸੁਖਿਰ, ਜਿਹੜਾ ਫੂਕ ਮਾਰ ਕੇ ਵੱਜਣ ਵਾਲੇ ਸਾਜ਼ ਹਨ, ਜਿਵੇਂ ਬੰਸਰੀ, ਬੀਨਾ ਤੇ ਹੋਰ ਸਾਜ਼ ਜਿਹੜੇ ਹਨ। ਜੋਗੀਆਂ ਦੀ ਜਿਹੜੀ ਮੰਨਤ ਹੈ ਉਹ ਫਰਕ ਹੈ। ਜੋਗੀਆਂ ਦੀ ਮਨੋਂ ਅਨੁਸਾਰ ਦਸਵੇਂ ਦੁਆਰ ਵਿੱਚ ਪੰਜ ਸ਼ਬਦਾਂ ਦੇ ਸੰਖ, ਮ੍ਰਿਦੰਗ, ਕਿੰਗਰੀ, ਮੁਰਲੀ ਤੇ ਬੀਣਾ ਦੀ ਆਵਾਜ਼ ਹੁੰਦੀ ਹੈ। ਜਿਹੜਾ ਹਠ ਯੋਗ ਦੀ ਪ੍ਰਦੀਪਕਾ ਵਿੱਚ ਪੰਜ ਸ਼ਬਦ ਦੱਸੇ ਹਨ, ਉਹ ਹਨ ਭਰਮਰ, ਗੁੰਜਾਰ, ਘੰਟਾ, ਧੁਨੀ, ਹਵਾ ਭਰੀ ਨਲਕੀ ਤੇ ਧੁਨੀ ਜਿਹਾ ਸ਼ਬਦ, ਸਮੁੰਦਰੀ ਗਰਜ, ਮੇਘ ਦੀ ਗਰਜ ਤੇ ਹੋਰ ਕੁਛ ਇਸ ਤਰ੍ਹਾਂ ਦੇ ਚੀਜ਼ਾਂ ਉੱਥੇ ਦਿੱਤੀਆਂ ਹੋਈਆਂ ਹਨ ਜਿਹੜੇ ਹਠ ਯੋਗ ਦੇ ਵਿੱਚ ਹਨ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸੰਕੇਤਕ ਸ਼ਬਦ ਹੈ। ਇਹਦਾ ਮਤਲਬ ਆਨੰਦ ਦਾ ਜਾਂ ਅਤਿਅੰਤ ਖੁਸ਼ੀ ਦਾ ਪ੍ਰਗਟਾਵਾ। ਇਹਦੇ ਜੇ ਪੰਜ ਸ਼ਬਦ ਦਾ ਮਤਲਬ ਉਹ ਅਵਸਥਾ ਜਿੱਥੇ ਆਨੰਦ ਹੈ। ਗੁਰੂ ਸਾਹਿਬ ਜੀ ਨੇ ਜਦੋਂ ਇਹ ਗੱਲ ਕਹੀ, ਜਦੋਂ ਆਤਮਾ ਪਰਮਾਤਮਾ ਦੇ ਨਾਲ ਅਭੇਦ ਹੋ ਜਾਂਦੀ ਹੈ, ਇੱਕ-ਮਿਕ ਹੋ ਜਾਂਦੀ ਹੈ, ਤਾਂ ਉਦੋਂ ਇੱਕ ਆਨੰਦ ਦੀ ਧੁਨਕਾਰ ਪੈਦਾ ਹੁੰਦੀ, ਧੁਨੀ ਪੈਦਾ ਹੁੰਦੀ ਹੈ, ਜੋ ਮਨ ਨੂੰ ਉਸ ਧੁਨੀ, ਉਸ ਰਸ ਦੇ ਵਿੱਚ ਲੀਨ ਕਰ ਦਿੰਦੀ ਹੈ। ਅੰਦਨ ਮੇਲ ਭਿਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਜ ਸ਼ਬਦ ਧੁਨ ਅਨਹਦ ਵਾਜੇ, ਹਮ ਕਰ ਸਾਜਨ ਆਏ। ਅਸੀਂ ਰਾਗ ਸੂਹੀ ਦੇ ਵਿੱਚ ਵੀ ਇਹ ਸ਼ਬਦ ਜਿਹੜਾ ਹੈ ਉਹ ਪੜ੍ਹਦੇ ਹਾਂ। ਇੱਥੇ ਅਸੀਂ ਜਦੋਂ ਗੱਲ ਕਰਦੇ ਹਾਂ ਪੰਜ ਸ਼ਬਦ ਦੀ, ਪੰਜ ਦੀ, ਇੱਥੇ ਗੱਲ ਆਨੰਦ ਦੀ ਹੈ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੀ ਗੱਲ ਜਿਹੜੀ ਕੀਤੀ ਗਈ, ਉਹ ਆਨੰਦ ਦੀ ਗੱਲ ਕੀਤੀ ਗਈ, ਨਾ ਕਿ ਇਹ ਕੋਈ ਹੋਰ ਮਕਸਦ ਇਹਦਾ ਜਿਹੜਾ ਸੀ ਉਹ ਰੱਖਿਆ ਗਿਆ। ਥੋੜਾ ਜਿਹਾ ਹੋਰ ਇਹਨੂੰ ਵਿਸਥਾਰ ਨਾਲ ਆਪਾਂ ਅੱਗੇ ਨੂੰ ਚੱਲੀਏ ਤਾਂ ਸਾਨੂੰ ਸਮਝ ਆ ਜਾਏਗੀ ਕਿ ਇਹ ਕੀ ਚੀਜ਼ ਹੈ। ਜਿਹੜਾ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਿਹੜੇ ਪੰਜ ਸ਼ਬਦਾਂ ਦੀ ਗੱਲ ਕੀਤੀ ਹੈ, ਉਹ ਜੇ ਥੋੜਾ ਜਿਹਾ ਹੋਰ ਵਿਸਥਾਰ ਦੇ ਨਾਲ ਚੱਲ ਗਈ ਹੈ ਤਾਂ ਉੱਥੇ ਸਾਨੂੰ ਸਮਝ ਆ ਜਾਏਗੀ। ਉਹਨਾਂ ਤੋਂ ਅਸੀਂ ਉਹਨਾਂ ਦੇ ਜਿਹੜੇ ਗੁਰਮਤਿ ਮਾਰਤਾਂਡ ਨੂੰ ਦੇਖਦੇ ਹਾਂ, ਉਹ ਦੇਖਦੇ ਨੇ ਵੀ ਪੁਰਾਣਾਂ ਦੇ ਵਿੱਚ ਜਿਹੜੇ ਪੰਜ ਸ਼ਬਦ ਨੇ, ਉਹਨਾਂ ਦੀ ਵੇਦ ਧੁਨੀ, ਬੰਦੀ ਜਨ ਧੁਨੀ, ਜੈ ਧੁਨੀ, ਸੰਖ ਧੁਨੀ ਤੇ ਨਿਸ਼ਾਨ ਧੁਨੀ ਉਹਨਾਂ ਨੇ ਲਿਖੀ ਹੈ। ਪੁਰਾਣਾਂ ਦੇ ਅਨੁਸਾਰ ਪੰਜ ਵਾਜਿਆਂ ਦੇ ਜੋ ਸ਼ਬਦ ਜੋ ਰਾਜੇ ਦੇ ਅੱਗੇ ਵੱਜਣਾ ਵਿਧਾਨ ਸੀ, ਉਹ ਸੀ ਸਿੰਘ, ਡੱਫ ਤੇ ਡਫਲੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਸੰਖ, ਭੇਰੀ ਤੇ ਜੈ ਘੰਟਾ। ਇਹ ਉੱਥੇ ਉਹਨਾਂ ਦੀ ਗੱਲ ਕੀਤੀ ਗਈ ਹੈ। ਤੋ ਗੁਰਮਤਿ ਨੇ ਪੰਜ ਦੀ ਜਦੋਂ ਗੱਲ ਕੀਤੀ, ਸਾਰੰਗ ਰਾਗ ਵਿੱਚ ਬੜਾ ਹੀ ਪਿਆਰਾ ਇੱਕ ਸ਼ਬਦ ਗੁਰੂ ਰਾਮਦਾਸ ਮਹਾਰਾਜ ਨੇ ਪੜਤਾਲ ਲਿਖੀ ਹੈ ਸਾਰੰਗ ਰਾਗ ਦੇ ਵਿੱਚ,
ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, RAM ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵਡ ਭਾਗ ਮਥੋਰਾ। ਵੀ ਜਿਸ ਹਿਰਦੇ ਘਰ ਵਿੱਚ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਆ, ਹਰੀ ਦੇ ਗੁਣ ਗਾਏ ਜਾਂਦੇ ਹਨ, ਰਾਮ ਦੇ ਗੁਣ ਗਾਏ ਜਾਂਦੇ ਹਨ, ਭਾਵ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਰਾਮ ਸ਼ਬਦ ਇੱਥੇ ਸ਼੍ਰੀ ਰਾਮਚੰਦਰ ਲਈ ਇਸਤੇਮਾਲ ਨਹੀਂ ਹੋਇਆ, ਬਹੁਤ ਭੁਲੇਖਾ ਅੱਜ ਕੱਲ੍ਹ ਪਾਇਆ ਜਾ ਰਿਹਾ। ਰਾਮ ਗੁਣ ਗਾਵਤੇ, ਉਸ ਪਰਮ ਪਿਤਾ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵਡ ਭਾਗ ਮਥੋਰਾ। ਉਸ ਭਾਗਾਂ ਵਾਲੇ ਘਰ ਵਿੱਚ ਤਿਤ ਗ੍ਰਹਿ ਵਾਜੇ ਵੱਜਦੇ ਹਨ ਕੀ? ਪੰਜ ਸ਼ਬਦ। ਉੱਥੇ ਆਨੰਦ ਹੈ। ਪੰਜ ਸ਼ਬਦ ਮਤਲਬ ਆਨੰਦ, ਪੰਜਾਂ ਸਾਜ਼ਾਂ ਤੋਂ ਮਿਲੀ ਹੋਈ ਇਹ ਆਵਾਜ਼ ਦੇ ਵਿੱਚੋਂ ਜੋ ਸਵਾਦ ਆਉਂਦਾ ਹੈ, ਜਾਂ ਜਿਹੜੇ ਉਹਦੇ ਚੋਂ ਆਨੰਦ ਲੈਂਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਇਹ ਉਸ ਆਨੰਦ ਦੇ ਬਰਾਬਰ ਕੁਛ ਨਹੀਂ, ਜਿਹੜਾ ਆਨੰਦ ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, RAM ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵਡ ਭਾਗ ਮਥੋਰਾ। ਫਿਰ ਕਹਿੰਦੇ ਨੇ ਇਹ ਜਿਹੜੇ ਇਹ ਪੰਜ ਸ਼ਬਦ ਹਨ, ਤਿਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ। ਕਿਆ ਕਮਾਲ ਦੇ ਬੋਲ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਆ। ਜਿੱਥੇ ਪੰਜ ਸ਼ਬਦ ਦੀ ਗੱਲ ਆ ਗਈ, ਸਭ ਪਾਪ ਮਿਟ ਗਏ, ਸਭ ਦੋਖ ਦੂਰ ਹੋ ਗਏ। ਉੱਥੇ ਆਨੰਦ ਹੀ ਆਨੰਦ ਹੈ। ਉੱਥੇ ਤੇਰਾ ਕੀਆ ਮੀਠਾ ਲਾਗੇ ਦੀ ਅਵਸਥਾ ਹੈ। ਉੱਥੇ ਹੁਕਮ ਰਜਾਈ ਚੱਲਣ ਦੀ ਗੱਲ ਹੈ। ਉੱਥੇ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੀਤੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੀਤੇ ਦੀ ਅਵਸਥਾ ਹੈ। ਇਹ ਅਵਸਥਾ ਹੈ ਜਿੱਥੇ ਬੰਦ ਕੱਟਣ ਦੀ ਗੱਲ ਹੋਵੇ ਤੇ ਜਲਾਦ ਅੰਗ ਕੱਟਣ ਲੱਗੇ ਤੇ ਉਹ ਕਟਾਉਣ ਵਾਲਾ ਕਹੇ ਪਹਿਲਾ ਤੈਨੂੰ ਹੁਕਮ ਬੰਦ ਕੱਟਣ ਦਾ ਹੈ। ਇਹ ਅਵਸਥਾ ਹੈ ਜਿੱਥੇ ਸਰੀਰ ਤੋਂ ਉੱਪਰ ਉੱਠ ਕੇ ਗੱਲ ਕੀਤੀ ਜਾਂਦੀ ਹੈ, ਜਿੱਥੇ ਸਰੀਰ ਦਾ ਦੁੱਖ ਸੁੱਖ ਉਹ 'ਚੋਂ ਬੰਦਾ ਉੱਚਾ ਉੱਠ ਜਾਂਦਾ ਹੈ। ਉਹ ਦੁੱਖ ਸੁੱਖ ਨੂੰ ਰੱਬੀ ਦਾਤ ਮੰਨਦਾ ਹੈ। ਇਹ ਤਾਂ ਸੁੱਖ ਸਨੇਰ ਭੈਰੀ ਜਾ ਕੇ ਕੰਚਨ ਮਾਟੀ ਮਾਨੇ ਦੀ ਅਵਸਥਾ ਹੈ। ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਅਵਮਾਨਾ, ਇਹ ਉਹ ਅਵਸਥਾ ਦੀ ਗੱਲ ਕੀਤੀ ਗਈ ਹੈ ਜਿਹੜੇ ਪੰਜ ਸ਼ਬਦ ਦੀ ਗੱਲ ਹੈ। ਤਿਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਵਾਹ, ਕਮਾਲ ਦੀ ਗੱਲ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ। ਕਮਾਲ ਹੋ ਗਈ। ਤੋ ਗੁਰਮਤ ਨੇ ਜਿਹੜੇ ਪੰਜ ਸ਼ਬਦਾਂ ਦੀ ਗੱਲ ਕੀਤੀ, ਪੰਜ ਵਾਜਿਆਂ ਦੀ ਗੱਲ ਕੀਤੀ, ਉਹ ਦੂਜਿਆਂ ਦੇ ਨਾਲੋਂ ਅਲੱਗ ਹਨ, ਦੂਜਿਆਂ ਦੇ ਨਾਲੋਂ ਫਰਕ ਹੈ। ਗੁਰਮਤ ਦਾ ਵਿਧਾਨ ਹੋਰ ਹੈ ਤੇ ਇਹਨਾਂ ਦਾ ਵਿਧਾਨ ਜਿਹੜਾ ਹੈ ਉਹ ਫਰਕ ਹੈ, ਜਿਸ ਵਾਸਤੇ ਗੁਰਮਤ ਨੇ ਪੰਜ ਸ਼ਬਦ ਉਸ ਆਨੰਦ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ, ਜਿਹੜੀ ਆਨੰਦ ਦੀ ਅਵਸਥਾ ਗੁਰੂ ਪਾਤਸ਼ਾਹ ਜੀ ਨੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਜਿੱਥੇ ਵਾਜੇ ਪੰਜ ਸ਼ਬਦ ਘਰ ਸੁਭਾਗੇ ਦੀ ਗੱਲ ਕੀਤੀ, ਘਰ ਸੁਭਾਗੇ ਸ਼ੁੱਧ ਵਾਜੇ ਕਲਾ ਜਿਤ ਕਰਧਾਰੀਆਂ ਦੀ ਗੱਲ ਕੀਤੀ, ਉੱਥੇ ਹੈ ਉਹ ਅਵਸਥਾ ਦੀ ਗੱਲ ਕੀਤੀ ਹੈ। ਤੋ ਇਹ ਐਸੀ ਅਵਸਥਾ ਹੈ ਜਿੱਥੇ ਓਂਕਾਰ ਇੱਕ ਧੁਨ ਏਕੇ, ਏਕੇ ਰਾਗ ਅਲਾਪੇ, ਏਕਾ ਦੇਸੀ ਏਕ ਦਿਖਾਵੇ, ਏਕੋ ਰਿਹਾ ਵਿਆਪੇ। ਇੱਥੇ ਇਹ ਅਵਸਥਾ ਦੀ ਗੱਲ ਹੈ। ਇੱਥੇ ਕਰ ਕਰ ਤਾਲ ਪਖਾਵਜ ਨੈਣੋ, ਮਾਥੇ ਵਾਜੇ ਰਵਾਬਾ, ਕਰਨੋ ਮਧ ਵਾਸਰੀ ਵਾਜੇ, ਜਿਹਵਾ ਧੁਨ ਆਗਾਜਾ, ਨਿਰਤ ਕਰੇ ਕਰ ਮਨੁਆ ਨਾਚੇ, ਆਣੇ ਘੁੰਗਰ ਸਾਜਾ। ਇਹ ਅਵਸਥਾ ਦੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਰਾਮ ਕੀ ਰਾਗ ਦਾ ਸ਼ਬਦ ਹੈ। ਤੋ ਬੜੀ ਸਪਸ਼ਟ ਗੱਲ ਹੈ, ਬੜੀ ਸਪਸ਼ਟ ਗੱਲ ਦੱਸੀ ਕਿ ਬੜਾ ਗੱਲ ਸਮਝਾਤੀ ਵੀ ਜਿਹੜੇ ਪੰਜ ਵਾਜੇ ਹਨ, ਪੰਜ ਵਾੜੇ ਹਨ, ਪੰਜ ਸੱਜਦ ਵਾੜੇ ਹਨ, ਇਹ ਅੱਗੋਂ ਇਹਨਾਂ ਦੀਆਂ ਸੱਤ ਸੁਰਾਂ, ਅੱਗੇ ਲੈ, ਅੱਗੇ ਤਾਲਾਂ, ਫਿਰ ਸੱਤ ਤਾਨਾਂ, ਇਹ ਲੰਬਾ ਚੌੜਾ ਵਿਸ਼ਾ ਹੈ। ਮੈਂ ਸਿਰਫ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਮਝਾਈ, ਉਹ ਇਹੋ ਹੀ ਗੱਲ ਸਮਝਾਈ ਵੀ ਅਸੀਂ ਪਰਮ ਪਿਤਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਹੈ, ਉਹਦੇ ਨਾਲ ਜੁੜਨਾ ਹੈ, ਉਸ ਪਰਮ ਪਿਤਾ ਪਰਮੇਸ਼ਰ ਦੇ ਗੁਣ ਗਾ ਕੇ ਆਨੰਦ ਮਾਣਨਾ ਹੈ, ਤੇ ਆਨੰਦ ਮਾਣ ਕੇ ਉਸ ਪਰਮ ਪਿਤਾ ਪਰਮੇਸ਼ਰ ਦੇ ਨਾਲ ਜੁੜ ਕੇ ਅਭੇਦ ਹੋ ਕੇ ਅਸੀਂ ਉਸ ਪੰਜ ਸ਼ਬਦ ਦੀ ਅਵਸਥਾ ਦੇ ਉੱਤੇ ਪਹੁੰਚਣਾ ਹੈ, ਜਿਹੜੀ ਪੰਜ ਸ਼ਬਦ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ ਹੈ। ਅਗਲਾ ਸ਼ਬਦ ਅਸੀਂ ਲੈਂਦੇ ਹਾਂ ਪੰਜ ਤੱਤ। ਪੰਜ ਤੱਤ ਕਿਹੜੇ ਹਨ?
ਭਾਰਤ ਦੀ ਮਨੌਤਾਂ ਦੇ ਅਨੁਸਾਰ ਧਰਤੀ ਜਾਂ ਪ੍ਰਿਥਵੀ, ਪੌਣ, ਹਵਾ, ਪਾਣੀ, ਅੱਗ ਤੇ ਆਕਾਸ਼, ਇਹ 5 ਮੂਲ ਤੱਤ ਮੰਨੇ ਗਏ ਹਨ ਜਿਨ੍ਹਾਂ ਤੋਂ ਸਾਰੀ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ। ਪੰਜ ਤੱਤ ਕਰ ਜਿਹੜੀ ਗੁਰੂ ਸਾਹਿਬ ਦਾ ਹੁਕਮ ਵੀ ਹੁੰਦਾ, ਤੂੰ ਸ੍ਰਿਸ਼ਟ ਸਭ ਸਾਜੀ ਕੁਛ ਛੇਵਾਂ ਕਰਿਓ, ਇਹ ਕਰਕੇ ਦਿਖਾਵੇ ਕੋਈ। ਅੱਜ ਦੇ ਜਿਹੜੀ ਵਿਗਿਆਨੀ ਨੇ, ਇਹਨਾਂ ਨੇ ਜੋ ਖੋਜਾਂ ਕੀਤੀਆਂ, ਉਹਨਾਂ ਦੇ ਮੁਤਾਬਕ ਇਹਨਾਂ ਦੀ ਗਿਣਤੀ 92 ਤੱਕ ਪਹੁੰਚ ਚੁੱਕੀ ਹੈ। 92 ਤੋਂ ਵੀ ਜ਼ਿਆਦਾ ਹੋ ਗਈ ਹੋਏਗੀ ਹੁਣ ਤਾਂ। ਜਿਹੜੇ ਸੰਕੇਤ ਕੁਸ਼ ਦੇ ਲਿਖਾਰੀ ਨੇ ਲਿਖੇ, ਹੁਣ 92 ਤੱਕ ਗੱਲ ਲਿਖੀ ਹੈ। ਜਦੋਂ ਇਹ ਸਾਧਨ ਨਹੀਂ ਸੀ ਬਣੇ, ਮਸ਼ੀਨੀ ਸਾਧਨ ਨਹੀਂ ਸੀ ਆਏ, ਬਰੀਕ ਪੁੰਛਰ ਨਹੀਂ ਸੀ ਹੁੰਦੀ, ਉਦੋਂ ਤੱਕ ਇਹ 5 ਤੱਤ ਹੀ ਮੂਲ ਮੰਨੇ ਜਾਂਦੇ ਸਨ। ਭਾਰਤੀ ਗ੍ਰੰਥਾਂ ਦੇ ਵਿੱਚ ਇਹਨਾਂ ਦੇ ਵਿੱਚ ਇਹਨਾਂ ਵੱਲ ਸੰਕੇਤ ਵੀ ਕੀਤਾ ਗਿਆ ਹੈ। ਨਾਲ ਹੀ ਧਰਮੀ ਮਹਾਂਪੁਰਸ਼ਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਹ ਤੱਤ ਕੋਈ ਆਪਣੇ ਆਪ ਬਣੀ ਵਸਤੂ ਨਹੀਂ, ਬਲਕਿ ਇਹਨਾਂ ਨੂੰ ਪੈਦਾ ਕਰਨ ਵਾਲਾ ਵੀ ਪਰਮੇਸ਼ਰ ਹੈ। ਉਸੇ ਦੀ ਸਤਾ ਨਾਲ ਤੱਤ ਜੁੜ ਕੇ ਸਰੀਰ ਦਾ ਢਾਂਚਾ ਤਿਆਰ ਕਰਦੇ ਹਨ। 5 ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ, ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਇਹ ਗੱਲ ਜਿਹੜੀ ਹੈ ਇਸ ਤਰ੍ਹਾਂ ਵੀ ਲਿਖੀ ਮਿਲਦੀ ਹੈ। ਤਾਂ 5 ਤੱਤਾਂ ਦਾ ਜਿਹੜੇ ਮੂਲ ਤੱਤ ਹਨ ਉਹ ਇਹ ਗਿਣੇ ਜਾਂਦੇ। ਧਰਤੀ ਦਾ ਮਤਲਬ ਹੈ ਜਗ੍ਹਾ, ਖੁੱਲੀ ਥਾਂ। ਪੌਣ ਦਾ ਮਤਲਬ ਹੈ ਸਵਾਸ, ਹਵਾ। ਪਾਣੀ ਜੀਵਨ ਦਾ ਤੱਤ ਹੈ। ਅਗਨੀ ਜਿਹੜੀ ਸਾਡੇ ਅੰਦਰ ਹੈ। ਆਕਾਸ਼ ਦਾ ਖੁੱਲੀ ਜਗ੍ਹਾ ਹੈ। ਇਹ 5 ਜਗ੍ਹਾ ਸਰੀਰ ਦਾ ਤੱਤ ਤਾਂ ਹੀ ਬਣਦੇ ਨੇ। ਅੱਗ ਦੇ ਨਾਲ ਸਾਰਾ ਭੋਜਨ ਪਚਦਾ ਹੈ, ਉਹਦੇ ਤੱਤ ਹੈ। ਖੁੱਲੀ ਜਗ੍ਹਾ ਅੰਦਰ ਹੋਏਗੀ, ਅੰਦਰ ਹੈ, ਪੇਟ ਦੇ ਅੰਦਰ ਸਥਾਨ ਹੈ। ਫਿਰ ਹਵਾ, ਪਾਣੀ ਜ਼ਰੂਰੀ ਹੈ। ਹਵਾ ਦੇ ਨਾਲ ਸਾਡਾ ਸਰੀਰ ਚੱਲਦਾ ਹੈ। ਤੇ ਇਹ ਪ੍ਰਿਥਵੀ ਜਿਹੜੀ ਧਰਤੀ ਦਾ ਮਤਲਬ ਸਥਾਨ ਹੈ। ਤਾਂ ਇਹ 5 ਤੱਤ ਜਿਹੜੇ ਮੂਲ ਮੰਨੇ ਜਾਂਦੇ ਹਨ। 5 ਤੱਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਦੇ, ਕਰਮ ਬਦ ਜਪਤੀਓ ਕਹਿਤ ਹੋ, ਕਰਮੈ ਕਿਨ ਜੋ ਦੀਨ ਹੈ। ਇਹ ਗੌਣ ਕਬੀਰ ਜੀ ਦੇ ਵਿੱਚ 870 ਅੰਕ ਦੇ ਉੱਤੇ ਇਹ ਜਿਹੜਾ ਸ਼ਬਦ ਸਾਨੂੰ ਮਿਲਦਾ ਹੈ, ਜਿਹਦੀ ਵਿਚਾਰ ਅਸੀਂ ਕਰ ਰਹੇ ਹਾਂ। ਤਾਂ ਅਸੀਂ ਅੱਗੇ ਨੂੰ ਚੱਲੀਏ, ਅਗਲੀ ਵਿਚਾਰ ਨੂੰ ਕਰੀਏ। ਤੇ ਅਗਲਾ ਜਿਹੜਾ ਸ਼ਬਦ ਆਏਗਾ ਸਾਡੇ ਕੋਲ, ਅਸੀਂ ਉਹਨੂੰ ਲੈਂਦੇ ਹਾਂ 5 ਵਿਕਾਰ। ਮਨ ਦੀ ਇੱਕ ਬੈਲੈਂਸ ਨੂੰ ਜਾਂ ਸੰਤੁਲਿਤ ਅਵਸਥਾ ਨੂੰ ਵਿਗਾੜਨ ਵਾਲੇ ਜਿਹੜੇ 5 ਔਗਣ ਹਨ, ਜਿਹਨਾਂ ਨੂੰ ਔਗਣ ਕਹਿ ਦਿੱਤਾ ਜਾਂਦਾ ਹੈ, ਕਾਮ, ਕ੍ਰੋਧ, ਲੋਭ, ਹੰਕਾਰ, ਇਹ 5 ਵਿਕਾਰ ਕਹਾਉਂਦੇ ਨੇ। ਬੜਾ ਹੀ ਪਿਆਰੀ ਗੱਲ ਇਹਨਾਂ ਬਾਰੇ ਸਾਨੂੰ ਮਿਲਦੀ ਹੈ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵੀ ਦੱਸੀ ਹੈ ਵੀ ਸਰੀਰ 5 ਤੱਤਾਂ ਦਾ ਬਣਿਆ ਹੋਇਆ। ਇਹਦੇ ਵਿੱਚ ਮਨ, ਬੁੱਧ, ਚਿੱਤ ਤੇ ਹੰਕਾਰ ਆਦਿ ਹਨ। ਉੱਥੇ ਹੀ ਇਹ 5 ਵਿਸ਼ਿਆਂ ਦੀ ਪ੍ਰਧਾਨਤਾ ਹੈ ਇਹਦੇ ਵਿੱਚ। ਇਹਨਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿਹਾ ਜਾਂਦਾ ਹੈ। ਇਹ 5 ਜਜ਼ਬੇ ਹਨ। ਅਸਲ ਵਿੱਚ ਵਿਕਾਰ ਉਦੋਂ ਬਣਦੇ ਨੇ ਜਦੋਂ ਕਾਬੂ ਤੋਂ ਬਾਹਰ ਹੋ ਜਾਂਦੇ ਹਨ। ਜਿਨ੍ਹਾਂ ਤੇ ਮਨੁੱਖ ਕਾਬੂ ਨਾ ਰੱਖ ਸਕੇ ਤਾਂ ਇਹ ਵਿਕਾਰ ਬਣ ਜਾਂਦੇ ਨੇ। ਇਹਨਾਂ ਨਾਲ ਮਨੁੱਖਾ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਫਿਰ ਕਮਜ਼ੋਰੀਆਂ ਆ ਜਾਂਦੀਆਂ ਹਨ ਜਦੋਂ ਇਹ ਵਿਕਾਰ ਬਣ ਜਾਂਦੇ ਹਨ। ਪਵਿੱਤਰ ਤੇ ਸਮਾਜਿਕ ਜੀਵਨ ਲਈ ਇਹਨਾਂ ਵਿਕਾਰਾਂ ਤੇ ਜਾਂ ਇਹਨਾਂ ਜਜ਼ਬਿਆਂ ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਪਸ਼ੂ ਦਾ ਤੇ ਮਨੁੱਖ ਦਾ ਫਰਕ ਇਹੋ ਹੀ ਹੈ ਕਿ ਪਸ਼ੂ ਆਪਣੀਆਂ ਕਾਮਨਾਵਾਂ ਤੇ ਕਾਬੂ ਨਹੀਂ ਰੱਖ ਸਕਦੇ, ਪਰ ਮਨੁੱਖ ਕੋਲ ਵਿਵੇਕ ਬੁੱਧੀ ਹੋਣ ਕਰਕੇ ਇਹ ਸਵੈ ਕਾਬੂ ਰੱਖ ਸਕਦਾ ਹੈ। ਕਿਉਂਕਿ ਜਿਹੜੇ ਇਹਨਾਂ ਵਿਸ਼ਿਆਂ ਨੂੰ ਵਿਸ਼ੇ ਵੀ ਕਿਹਾ ਗਿਆ। ਵਿਸ਼ ਦਾ ਮਤਲਬ ਜ਼ਹਿਰ ਹੁੰਦਾ ਹੈ। ਜ਼ਹਿਰ ਕਿਉਂ ਕਿਹਾ ਗਿਆ? ਕਿਉਂਕਿ ਇਹ ਬਹੁਤ ਤੇਜ਼ ਹਨ। ਇਹ ਜ਼ਹਿਰ ਦੀ ਤਰ੍ਹਾਂ ਅਸਰ ਕਰਦੇ ਹਨ। ਆਮ ਜ਼ਹਿਰ ਖਾਣ ਨਾਲ ਅਸਰ ਹੁੰਦਾ ਹੈ, ਪਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਖਿਆਲ ਚਿਤਵਨ ਵਿੱਚ ਆ ਜਾਣ ਹੀ ਮਨ ਉੱਤੇ ਅਸਰ ਹੋ ਜਾਂਦਾ ਹੈ। ਇਹਨੇ ਤੇਜ਼ ਹਨ। ਇਹਦਾ ਫਰਕ ਹੈ। ਆਮ ਜ਼ਹਿਰ ਖਾ ਕੇ ਅਸਰ ਹੁੰਦਾ ਹੈ, ਇਹ ਮਨ ਵਿੱਚ ਚਿਤਵਨ ਦੇ ਨਾਲ ਹੀ ਇਹਦਾ ਅਸਰ ਸ਼ੁਰੂ ਹੋ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਕਿਸੇ ਖੂਬਸੂਰਤ ਔਰਤ ਦਾ ਜਿਹੜਾ ਖਿਆਲ ਹੈ, ਇਸਤਰੀ ਦਾ ਖਿਆਲ ਹੈ, ਉਹ ਮਨੁੱਖ ਨੂੰ ਹਲਕਾ ਕਰ ਦਿੰਦਾ ਹੈ, ਮਨ ਨੂੰ ਬੇਕਾਰੀ ਬਣਾ ਦਿੰਦਾ ਹੈ।
ਦੇਖੋ ਜਿਹੜਾ ਲੋਭ ਹੈ ਇਹ ਹਲਕੇ ਕੁੱਤੇ ਵਰਗਾ ਹੈ। ਲੋਭ ਦਾ ਖਿਆਲ ਆਉਂਦਾ ਹੈ, ਫਿਰ ਆਪਣੇ ਪਰਾਏ ਦਾ ਖਿਆਲ ਨਹੀਂ ਕਰਦਾ। ਭਰਾਵਾਂ ਦੇ ਕਤਲ ਹੋ ਜਾਂਦੇ ਨੇ, ਬਾਪ ਦਾ ਕਤਲ ਹੋ ਜਾਂਦਾ ਹੈ। ਇਹਦਾ ਖਿਆਲ ਆ ਕੇ ਇੰਨਾ ਤੇਜ਼ ਹੈ। ਕਿਸੇ ਵਿਰੋਧੀ ਦੀ ਯਾਦ ਆ ਜੇ ਸਿੱਧਰ ਸਾਡੇ ਨਾਲ ਬਣਦੀ ਨਾ ਹੋਵੇ ਤਾਂ ਫਿਰ ਗੁੱਸੇ ਦੀ ਅੱਗ ਨਾਲ ਅਸੀਂ ਸੜ ਜਾਂਦੇ ਆ। ਕਹਿੰਦੇ ਲਾਲ ਹੋ ਗਿਆ, ਬਲੱਡ ਪ੍ਰੈਸ਼ਰ ਵੱਧ ਜਾਂਦਾ ਸਾਡਾ। ਤੇ ਜੇ ਮੋਹ ਦੀ ਗੱਲ ਹੋ ਜਾਏ ਤੇ ਉਹਦੇ 'ਚ ਬੰਦਾ ਤੜਫਦਾ ਰਹਿੰਦਾ ਹੈ, ਹਾਏ ਮਰ ਗਏ, ਕਿੱਥੇ ਗਏ, ਕਿਉਂ ਨਹੀਂ ਮਿਲੇ, ਕੀ ਹੋਇਆ। ਮੋਹ ਦੀ ਹੈ, ਅਗਨੀ ਹੈ। तो गुरु साहब जी ने अवर पंच हम एक जना, क्यों राखूं घर बार बना, मारे लूटे नीत नीत किस आगे करी पुकार जना। गुरु नानक पातशाह ने गौड़ी राग ਵਿੱਚ ਇਹ ਗੱਲ ਕਹਿ ਕੇ ਸਾਨੂੰ ਇਹਨਾਂ ਦੀ ਗੱਲ ਵੀ ਦਰਸਾਈ ਵੀ ਜੀਵਨ ਇੱਕ ਹੈ, ਲੁੱਟਣ ਵਾਲੇ ਪੰਜ ਨੇ। ਇਹ ਜੀਵਨ ਦੀ ਰਾਸ ਪੂੰਜੀ ਨੂੰ ਰੋਜ਼ ਹੀ ਲੁੱਟਦੇ ਨੇ। ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਗੱਲਾਂ ਕਰਾਂ। ਜੀ ਕਿ ਵਿਕਾਰ ਤਾਂ ਇੱਕ ਹੀ ਜਿਹੜਾ ਹੈ ਉਹ ਹੀ ਸਾਹ ਨਹੀਂ ਲੈਂਦਾ, ਪਰ ਇੱਥੇ ਤਾਂ ਪੰਜ ਨੇ। ਹੁਣ ਸਵਾਲ ਇਹ ਆ ਗਿਆ ਵੀ ਇਹ ਵਿਕਾਰ ਹੈ ਕੀ ਚੀਜ਼। ਪੰਜ ਵਿਕਾਰ ਮਨ ਵਿੱਚ ਵਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੇ ਰੰਗ। ਇੱਥੇ ਗੱਲ ਸਾਨੂੰ ਸਮਝਾ ਦਿੱਤੀ। ਥੋੜਾ ਜਿਹਾ ਆਪਾਂ ਹੋਰ ਵਿਆਖਿਆ ਕਰ ਲਈਏ। ਫਿਰ ਪੰਜ ਵਿਕਾਰਾਂ ਚ ਕਾਮ ਕੀ ਹੈ? ਇਹ ਬੜਾ ਰਸ ਵਾਲਾ ਜਜ਼ਬਾ ਹੈ, ਬਹੁਤ ਤੇਜ਼ ਹੈ, ਜਿਹੜਾ ਮਨੁੱਖਾਂ ਵਿੱਚ, ਪਸ਼ੂਆਂ ਵਿੱਚ, ਪੰਛੀਆਂ 'ਚ ਸਭ ਤੋਂ ਅਸਰ ਕਰਦਾ ਹੈ। ਜਿਹੜੇ ਭਾਰਤ ਦੇ ਜਾਂ ਹਿੰਦੁਸਤਾਨ ਦੇ ਮਹਾਂਪੁਰਸ਼ ਨੇ, ਉਹਨਾਂ ਨੇ ਇਹਨੂੰ ਬਹੁਤ ਨਿੰਦਾ ਕੀਤੀ। ਤਾਂ ਇਹ ਲੋਕੀ ਘਰ ਛੱਡ ਜਾਂਦੇ ਸਨ, ਘਰ-ਬਾਰ ਤਿਆਗ ਦਿੰਦੇ ਸਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਉਮੈ ਰੋਗ ਮਾਨੁਖ ਕੋ ਦੀਨਾ ਦੀ ਗੱਲ ਕਰਕੇ ਹੰਕਾਰ ਦਾ ਤਿਆਗ ਕਰਨ ਦੇ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ, ਜਿਹੜੀ ਸੂਖਸ਼ਮ ਰੂਪ ਵਿੱਚ ਸਾਡੇ ਸਾਰਿਆਂ ਵਿੱਚ ਹੈ। ਤੋ ਕਾਮ ਦਾ ਜਿਹੜਾ ਲਫ਼ਜ਼ੀ ਅਰਥ ਹੈ, ਲਿੰਗ ਵਾਸ਼ਨਾ ਹੈ, ਭੋਗ ਵਿਲਾਸ ਦੀ ਵਧੀ ਹੋਈ ਇੱਛਾ ਹੈ। ਜਿਹੜਾ ਕਾਮ ਦਾ ਜਿਹੜਾ ਲਫ਼ਜ਼ੀ ਅਰਥ ਜਦ ਅਸੀਂ ਕਰੀਏ ਤੇ ਉਹਦੇ ਲਫ਼ਜ਼ੀ ਅਰਥ ਸਾਡੇ ਇਹ ਬਣ ਗਏ। ਕਾਮ ਇਹ ਸਾਡੇ ਸਰੀਰ ਦੇ ਵਿੱਚ ਇੱਕ ਚੋਰ ਹੈ, ਜਿਹੜਾ ਸਾਡੇ ਚੋਂ ਗਿਆਨ ਦਾ ਰਤਨ ਨੂੰ ਚੋਰੀ ਕਰ ਲੈਂਦਾ ਹੈ। ਇਹ ਜਿਹੜਾ ਕਾਮ ਹੈ, ਇਸ ਕਰਕੇ ਬੜੇ ਹਠੀ ਜਪੀ ਤਪੀ ਰਿਸ਼ੀ ਜੋਗੀ ਇਹ ਵੀ ਇਹਦੇ ਤੋਂ ਬਚ ਨਾ ਸਕਿਆ। ਆਪਾਂ ਕਹਾਣੀਆਂ ਪੜ੍ਹਦੇ ਹਾਂ, ਸੁਣਦੇ ਹਾਂ। ਇੰਦਰ ਵਰਗਾ ਦੇਵਤਾ ਵੀ ਇਹ ਤੋਂ ਨਾ ਬਚ ਸਕਿਆ। ਸੈਂਸਰਦਾਨ ਦੇ ਇੰਦਰ ਆਇਆ, ਗੁਰੂ ਸਾਹਿਬ ਨੇ ਬਾਣੀ ਚੋਂ ਗੱਲ ਲਿਖ ਦਿੱਤੀ, ਉਹ ਦੱਸ ਦਿੱਤਾ। ਉਹ ਕਹਾਣੀ ਜੀ ਉੱਥੇ ਉਹਦਾ ਜ਼ਿਕਰ ਗੁਰੂ ਸਾਹਿਬ ਨੇ ਵੀ ਕਰ ਦਿੱਤਾ। ਪੂਰਾ ਸ਼ਬਦ ਹੀ ਪੜ੍ਹੀਏ, ਸਾਰੇ ਸ਼ਬਦ ਤੋਂ ਨਾਨਕ ਦੁਖੀਆ ਸਭ ਸੰਸਾਰ ਦੀ ਗੱਲ ਆ ਗਈ। ਬਾਲੀ ਰੋਵੇ ਨਾਹੇ ਪਧਾਰ, ਖਸਮ ਤੋਂ ਬਿਨਾਂ ਸਾਰੀ ਦੁਨੀਆ ਦੁਖੀ ਹੈ। ਜੇ ਮਾਲਕ ਦਾ ਪ੍ਰੀਤ ਨਹੀਂ ਬਣੀ ਤੇ ਫਿਰ ਇਹ ਚੋਰੀ ਕਰਕੇ ਸਭ ਕੁਝ ਲੈ ਜਾਂਦੇ ਹਨ। ਕਹਿੰਦੇ ਨੇ ਵੀ ਜਿਹੜੇ ਚਿੱਤਰਕਾਰ ਨੇ, ਉਹਨਾਂ ਨੇ ਕਾਮ ਨੂੰ ਇੱਕ ਸੁੰਦਰ ਬੱਚੇ ਦੀ ਸ਼ਕਲ ਵਿੱਚ ਦਿਖਾਇਆ। ਉਹਦੇ ਹੱਥ ਵਿੱਚ ਫੁੱਲਾਂ ਦੇ 5 ਬਾਣ ਫੜੇ ਹੋਏ ਹਨ। ਇਸ ਤਰ੍ਹਾਂ ਇਸ ਕਾਮ ਨੂੰ ਬਹੁਤ ਤੇਜ਼ ਜਜ਼ਬਾ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਸਤਿਗੁਰੂ ਜੀ ਨੇ ਕਿਹਾ ਕਾਮ ਨੂੰ ਮਾਰਿਆ ਨਹੀਂ ਜਾ ਸਕਦਾ, ਕਾਮ ਨੂੰ ਕਾਬੂ 'ਚ ਰੱਖਿਆ ਜਾਂਦਾ ਹੈ। ਗੁਰਬਾਣੀ ਵਿੱਚ ਇਹਨਾਂ ਜਜ਼ਬਿਆਂ ਨੂੰ ਮਾਰਨ ਦੀ ਗੱਲ ਨਹੀਂ ਕੀਤੀ, ਕੰਟਰੋਲ ਕਰਨ ਦੀ ਗੱਲ ਕੀਤੀ ਹੈ। ਇਸੇ ਵਾਸਤੇ ਹੀ ਗੁਰੂ ਸਾਹਿਬ ਜੀ ਨੇ ਜਿਹੜਾ ਮੱਤ ਚਲਾਇਆ, ਨਿਰਮਲ ਪੰਥ ਚਲਾਇਆ, ਉਹਦੇ ਵਿੱਚ ਕਾਮ ਦੀ ਮਨੋਬਿਰਤੀ ਨੂੰ ਸੰਜਮ ਵਿੱਚ ਰੱਖਣ ਲਈ ਗ੍ਰਸਤ ਬਣਾਇਆ। ਜਿਹੜੀ ਕਾਮ ਦੀ ਤੇਜ਼ ਮਨੋਬਿਰਤੀ ਹੈ, ਇਹਨੂੰ ਸੰਜਮ ਵਿੱਚ ਰੱਖਣ ਲਈ ਗੁਰੂ ਸਾਹਿਬ ਨੇ ਗ੍ਰਸਤ ਦੀ ਗੱਲ ਕੀਤੀ। ਪੁਰਾਣੇ ਮਜ਼ਹਬ ਜਿਹੜੇ ਸੀ, ਇਕਾਂਤਵਾਸ ਹੋ ਜਾਣਾ, ਮਨ ਮਾਰ ਕੇ ਬ੍ਰਹਮਚਾਰੀਆਂ ਬਣਦਾ, ਜਤੀ ਬਣਦਾ, ਉਹਨਾਂ ਸਾਰਾ ਜ਼ੋਰ ਇਸ ਪਾਸੇ ਦਿੱਤਾ। ਪਰ ਸਿੱਖਾਂ ਨੇ ਜਾਂ ਸਿੱਖੀ ਨੇ ਸੰਜਮੀ ਗ੍ਰਸਤੀ ਹੋਣਾ, ਏਕਾ ਨਾਰੀ ਜਤੀ ਹੋਏ ਦਾ ਆਦਰਸ਼ ਪੇਸ਼ ਕੀਤਾ। ਇਹ ਸਿਧਾਂਤ ਦਿੱਤਾ ਆਮ ਆਦਮੀ ਗ੍ਰਸਤ ਨੂੰ ਭੋਗ ਵਿਲਾਸ ਲਈ ਇੱਕ ਸਮਾਜਿਕ ਸਰਟੀਫਿਕੇਟ ਸਮਝਦਾ ਹੈ। ਗ੍ਰਸਤ ਦਾ ਉਦੇਸ਼ ਸੰਜਮੀ ਜੀਵਨ ਹੈ, ਨਾ ਕਿ ਭੋਗ ਵਿਲਾਸ ਹੈ। ਇਹ ਵੀ ਇੱਕ ਬੜੀ ਗੱਲ ਸਮਝਣ ਵਾਲੀ ਹੈ। ਜਾਰਜ ਬਰਨਾਰਡ ਸ਼ਾਹ ਨੇ ਗੱਲ ਕਹੀ ਕਿ ਆਮ ਆਦਮੀ ਜਿਹੜਾ ਹੈ ਉਹ ਗ੍ਰਸਤ ਨੂੰ ਭੋਗ ਵਿਲਾਸ ਦਾ ਇੱਕ ਸਰਟੀਫਿਕੇਟ ਸਮਝਦਾ ਹੈ, ਸਮਾਜਿਕ ਸੋਸ਼ਲ ਸਰਟੀਫਿਕੇਟ ਹੈ। ਪਰ ਗ੍ਰਸਤ ਦਾ ਉਦੇਸ਼ ਜਿਹੜਾ ਹੈ ਸੰਜਮੀ ਜੀਵਨ ਹੈ, ਨਾ ਕਿ ਭੋਗ ਵਿਲਾਸ ਹੈ। ਸਤਿਗੁਰਾਂ ਨੇ ਇਸੇ ਲਈ ਇਹ
ਬਾਣਪ੍ਰਸਤੀ ਬ੍ਰਹਮਚਾਰਯ ਨਾਲੋਂ ਗ੍ਰਸਥ ਨੂੰ ਪ੍ਰਧਾਨ ਮੰਨਿਆ ਹੈ। ਤੇ ਗ੍ਰਸਥ ਵਿੱਚ ਇਹ ਗੱਲ ਕਹੀ, ਅੱਖੀ ਸੂਤ ਵੇਖਣਾ ਪਰਤ ਹੈ ਪਰ ਧਨ ਰੂਪ। ਆਸਾ ਕੀ ਵਾਰ 'ਚ ਗੱਲ ਸਾਨੂੰ ਸਮਝਾ ਦਿੱਤੀ। ਗ੍ਰਸਥ ਵਿੱਚ ਇਹ ਗੱਲ ਜਿਹੜੀ ਹੈ ਉਹ ਪ੍ਰਧਾਨ ਕਰ ਦਿੱਤੀ। ਤੇ ਗੁਰੂ ਸਾਹਿਬ ਜੀ ਨੇ ਬਹੁਤ ਹੀ ਇਸ ਗੱਲ ਨੂੰ ਦੇਖੀ, ਇਹ ਗੱਲ ਸਾਨੂੰ ਸਮਝਾ ਦਿੱਤੀ ਵੀ ਇਹ ਜਿਹੜੇ 5 ਚੋਰ ਹਨ, ਇਹਨਾਂ ਤੋਂ ਅਸੀਂ ਬਚ ਕੇ ਅੱਗੇ ਜ਼ਿੰਦਗੀ ਨੂੰ ਜਿਉਣਾ ਹੈ। ਭਾਈ ਗੁਰਦਾਸ ਜੀ ਲਿਖਦੇ, ਹੋਂ ਤੂੰ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਉਹਨਾਂ ਨੇ ਵੀ ਗੱਲ ਦਿੱਤੀ। ਇਸ ਤੋਂ ਅੱਗੇ ਆਪਾਂ ਹੋਰ ਚੱਲਦੇ ਹਾਂ, ਸੰਖੇਪ ਵਿੱਚ ਜ਼ਿਕਰ ਕਰੀਏ ਵੀ ਇਹ 5 ਵਿਕਾਰ ਜਿਹੜੇ ਹਨ, ਜਿਨ੍ਹਾਂ ਦਾ ਜ਼ਿਕਰ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਵਿਕਾਰਾਂ ਦੀ ਗੱਲ ਜਿਹੜੀ ਹੈ ਇਹ ਕੀਤੀ ਹੈ। ਤੋ ਕਾਮ ਵਾਸਨਾ ਦੇ ਉੱਤੇ ਜਾਂ ਕਾਮ ਦੀ ਵਧੀ ਹੋਈ ਲਾਲਸਾ ਨੂੰ ਕਾਬੂ ਕਰਨ ਦਾ ਇੱਕੋ ਹੀ ਢੰਗ ਹੈ ਵਾਹਿਗੁਰੂ ਦੀ ਯਾਦ, ਉਹਦੀ ਨਾਮ ਸਿਮਰਨ ਵਿੱਚ ਜੁੜਨਾ, ਗੁਰਬਾਣੀ ਦਾ ਅਭਿਆਸ ਕਰਨਾ, ਕੀਰਤਨ ਸੁਣਨਾ, ਕੀਰਤਨ ਕਰਨਾ, ਇਸ਼ਨਾਨ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਬਹਿਣਾ, ਕੁਸੰਗਤ ਦਾ ਤਿਆਗ ਕਰਨਾ, ਸਤਸੰਗੀਆਂ ਵਿੱਚ ਰਹਿਣਾ, ਚੰਗੀਆਂ ਕਿਤਾਬਾਂ ਪੜ੍ਹਨੀਆਂ, ਕਸਰਤ ਕਰਨੀ, ਨਸ਼ਿਆਂ ਦਾ ਤਿਆਗ ਕਰਨਾ, ਉਹ ਚੀਜ਼ਾਂ ਨਾ ਵੇਖਣੀਆਂ ਜਿਹੜੀਆਂ ਚੀਜ਼ਾਂ ਦੇ ਨਾਲ, ਉਹ ਰੰਗ ਤਮਾਸ਼ਿਆਂ ਨੂੰ ਨਾ ਦੇਖਣਾ ਜਿਹਦੇ ਨਾਲ ਇਹ ਕਾਮ ਦੀ ਉਤੇਜਿਤ ਸ਼ਕਤੀ ਵੱਧਦੀ ਹੋਵੇ। ਵਧੀਆ ਖੁਰਾਕ ਖਾਣੀ, ਸਾਦੀ ਸਿੰਪਲ ਖੁਰਾਕ ਖਾਣੀ, ਸਾਦੀ ਪੁਸ਼ਾਕ ਉਹ ਪਹਿਨਣੀ ਜਿਹਦੇ ਵਿੱਚ ਨੰਗੇਜ਼ ਨਾ ਹੋਵੇ। ਸਭ ਤੋਂ ਵੱਧ ਕੇ ਇਹ ਗੱਲ ਇਹ ਹੈ ਕਿ ਕਿਸੇ ਚੰਗੇ ਕੰਮ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਲਾਈ ਰੱਖਣਾ, ਤੇ ਗੁਰਮਤ ਵਿੱਚ ਇਹ ਸਾਰੀਆਂ ਗੱਲਾਂ ਸਿੱਖ ਲਈ ਜ਼ਰੂਰੀ ਦੱਸੀਆਂ ਗਈਆਂ ਹਨ। ਆਮ ਲੋਕਾਂ ਦੇ ਲਈ ਇਹ 5 ਵਿਸ਼ੇ ਜਿਹੜੇ ਹਨ, ਇਹ ਇਸ ਢੰਗ ਦੇ ਨਾਲ ਹਨ, ਪਰ ਗੁਰਮਤ ਨੇ ਇਹਨਾਂ ਨੂੰ ਇਸ ਢੰਗ ਨਾਲ ਦੱਸਿਆ। ਅੱਗੇ ਆਪਾਂ ਥੋੜ੍ਹਾ ਜਿਹਾ ਗੱਲ ਕ੍ਰੋਧ ਦੀ ਕਰ ਲਈਏ। ਕ੍ਰੋਧ ਇੱਕ ਅੱਗ ਵਰਗਾ ਜਿਹੜਾ ਤੇਜ਼ ਜਜ਼ਬਾ ਹੈ। ਇਹ ਆਦਮੀ ਦੀ ਸੁੱਧ ਬੁੱਧੀ ਨਹੀਂ ਰਹਿਣ ਦਿੰਦਾ। ਜਦੋਂ ਕ੍ਰੋਧ ਹੁੰਦਾ, ਗੁੱਸਾ ਆਵੇ ਨਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨੂੰ ਅਗਰ ਕ੍ਰੋਧ ਚੰਡਾਲ ਕਿਹਾ ਗਿਆ। ਚੰਡਾਲ ਕਿਹਾ ਗਿਆ ਕਿਉਂ? ਜਿਵੇਂ ਅੱਗ ਸਾਰੀਆਂ ਚੀਜ਼ਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸ ਤਰ੍ਹਾਂ ਕ੍ਰੋਧ ਸਾਰੇ ਹੀ ਸ਼ੁਭ ਗੁਣਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਇਸ ਵਾਸਤੇ ਚੰਡਾਲ ਹੈ, ਇਹ ਨਿਰਦਈ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ, ਉਹਨਾਂ ਪਾਸ ਦੁਆਸ ਨਾ ਭਿਟੀਏ ਜਨ ਅੰਤਰ ਕ੍ਰੋਧ ਚੰਡਾਲ। ਤੇ ਕ੍ਰੋਧ ਦੀ ਗੱਲ ਜਦ ਕੀਤੀ, ਕ੍ਰੋਧ ਸਾਡੇ ਸ਼ੁਭ ਗੁਣਾਂ ਨੂੰ ਸਾੜ ਕੇ ਗਾਲ ਦਿੰਦਾ ਹੈ। ਇਸ ਵਾਸਤੇ ਇਹ 5 ਜਜ਼ਬਿਆਂ ਦੀ ਗੱਲ ਜਿਹੜੀ ਹੈ ਇਹ ਕੀਤੀ ਹੈ। ਕ੍ਰੋਧ ਵੀ ਕਹਿੰਦਾ ਕਿ ਮੈਂ ਅੱਖਾਂ ਵਾਲਿਆਂ ਨੂੰ ਅੰਨਾ ਕਰ ਦਿੰਦਾ, ਕੰਨਾਂ ਵਾਲਿਆਂ ਨੂੰ ਬੋਲਾ ਕਰ ਦਿੰਦਾ, ਜਿਹੜੇ ਧੀਰਜ ਰੱਖਦੇ ਉਹਨਾਂ ਨੂੰ ਮੈਂ ਧੀਰ ਬਣਾ ਦਿੰਦਾ, ਤੇ ਸਿਆਣਿਆਂ ਨੂੰ ਮੈਂ ਬੇਵਕੂਫ ਬਣਾ ਦਿੰਦਾ, ਉਹਨਾਂ ਦੀ ਬੁੱਧ ਮਾਰ ਦਿੰਦਾ, ਅਕਲ ਮਾਰ ਦਿੰਦਾ। ਕ੍ਰੋਧ ਇਹ ਗੱਲ ਕਹਿੰਦਾ। ਜਦੋਂ ਕ੍ਰੋਧ ਆ ਜਾਏ, ਉਹ ਤੁਹਾਡੀ ਬੁੱਧੀ ਵੀ ਸਾਥ ਨਹੀਂ ਦਿੰਦੀ। ਇਸ ਲਈ ਉਦੋਂ ਫਿਰ ਆਪਣੇ ਕੀਤੇ ਹੋਏ ਕੰਮ ਦਾ ਰਿਜ਼ਲਟ ਵੀ ਪਤਾ ਨਹੀਂ ਲੱਗਦਾ, ਵੀ ਇਹਦਾ ਰਿਜ਼ਲਟ ਕੀ ਨਿਕਲੇਗਾ। ਐਵੇਂ ਥੋੜੀ ਗੋਲੀ ਵੱਜਦੀ, ਐਵੇਂ ਥੋੜੀ ਕਤਲ ਹੁੰਦੇ ਨੇ। ਸੋਚ ਸਾਥ ਹੀ ਨਹੀਂ ਦਿੰਦੀ। ਵਿਵੇਕ ਬੁੱਧ ਉਸ ਵੇਲੇ ਖਤਮ ਹੀ ਸਮਝੋ ਬੰਦ ਹੋ ਜਾਂਦੀ ਹੈ। ਤਾਕਤਵਰ ਨੂੰ ਕ੍ਰੋਧ ਘੱਟ ਤੇ ਕਮਜ਼ੋਰ ਨੂੰ ਕ੍ਰੋਧ ਜ਼ਿਆਦਾ ਹੁੰਦਾ ਹੈ। ਆਮ ਤੌਰ ਤੇ ਗੱਲ ਮੰਨੀ ਜਾਂਦੀ ਹੈ। ਇਹ ਅਕਸਰ 'ਚ ਕ੍ਰੋਧ ਸਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ। ਕ੍ਰੋਧ ਜਿਹੜਾ ਹੈ ਇਹ ਸਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ, ਤੇ ਇਹ ਕਮਜ਼ੋਰੀ ਹੋਣ ਕਰਕੇ ਹੀ ਸਾਡਾ ਜਿਹੜਾ ਹਾਲਤ ਹੈ ਇਹੋ ਜਿਹੀ ਹੋ ਜਾਂਦੀ ਹੈ। ਖੈਰ, ਅਸੀਂ ਕ੍ਰੋਧ ਤੋਂ ਗੱਲ ਅੱਗੇ ਨੂੰ ਤੁਰਦੇ ਹਾਂ, ਅਗਲੇ ਪਾਸੇ ਨੂੰ ਤੁਰੀਏ। ਤੇ ਕ੍ਰੋਧ ਦੇ ਗੁਣ ਹਨ: ਮਨ ਕਰਕੇ ਵਿਰੋਧ ਰੱਖਣਾ, ਬਚਨ ਕਰਕੇ ਬੋਲ ਕੇ ਗੱਲ ਕਰਨੀ, ਕਰਮ ਕਰਕੇ ਜਾਂ ਕਰਕੇ ਦਿਖਾਉਣਾ, ਸਰੀਰਕ ਦੁੱਖ ਨਾਲ ਸੱਟ ਮਾਰਨੀ। ਇਹ ਕ੍ਰੋਧ ਦਾ ਇੱਕ ਢੰਗ ਨੇ। ਸਾਰੇ ਕ੍ਰੋਧ ਦੇ ਹੀ ਜਿਹੜੇ ਹਨ ਇਹ ਰੂਪ ਹਨ, ਜੋ ਕ੍ਰੋਧ ਦੇ ਰੂਪਾਂ ਦੇ ਵਿੱਚ ਹੀ ਸਾਨੂੰ ਅਸੀਂ ਦੇਖਦੇ ਹਾਂ। ਤੇ ਇੱਕ ਗੱਲ ਖਿਆਲ ਰੱਖਣਾ, ਕ੍ਰੋਧ ਉਦੋਂ ਆਉਂਦਾ ਜਦੋਂ ਸਾਡੀ ਬੋਲੀ ਕਰਖਤ ਹੋ ਜਾਂਦੀ ਹੈ, ਜਦੋਂ ਸਾਡੀ ਗੁਸੈਲ ਜਿਹੜਾ ਵਿਅਕਤੀ ਹੁੰਦਾ, ਉਹਦੀ ਗੱਲਬਾਤ ਸਾਰੀ ਕੁਰਖਤ ਹੁੰਦੀ ਹੈ। ਪਰ ਯਾਦ ਰੱਖੋ, ਟੂਟ ਪ੍ਰੀਤ ਗਈ ਬੁਰ ਬੋਲ। ਕੁਰਖਤ ਬੋਲੀ ਬੋਲਦਿਆਂ, ਭੈੜੇ ਉੱਚੇ ਬੋਲ ਬੋਲਦਿਆਂ ਪ੍ਰਮਾਤਮਾ ਨਾਲ ਪ੍ਰੀਤ ਟੁੱਟ ਜਾਂਦੀ ਹੈ, ਪ੍ਰੀਤ ਨਹੀਂ ਬਣਦੀ। ਟੂਟ ਪ੍ਰੀਤ ਗਈ ਬੁਰ ਬੋਲ। ਗੁਰਬਾਣੀ ਨੇ ਓਂਕਾਰ ਬਾਣੀ ਅਸੀਂ ਦਾ ਵਿਚਾਰ ਕੀਤੀ ਸੀ, ਉਹਦੇ ਵਿੱਚ ਸ਼ਬਦ ਆਏ ਸਨ, ਟੂਟ ਪ੍ਰੀਤ ਗਈ ਬੁਰ ਬੋਲ। ਇਹ ਗੁਸੈਲੇ ਬੋਲ ਬੋਲਣ ਦੇ ਨਾਲ ਇਹ ਹੁੰਦਾ। ਤੇ ਇਸ ਕ੍ਰੋਧੀ ਵਿਅਕਤੀ ਦੇ ਵਿੱਚ ਕੋਮਲਤਾ ਬਿਲਕੁਲ ਨਹੀਂ ਹੁੰਦੀ, ਉਹ 'ਚ ਪਿਆਰ ਦੀ ਕਮੀ ਹੋ ਜਾਂਦੀ ਹੈ, ਕਠੋਰਤਾ ਜੀਵਨ 'ਚ ਆ ਜਾਂਦੀ ਹੈ। ਉਹ ਮਿਹਣੇ ਤਿਹਣੇ ਮਾਰਨੇ, ਇੱਕ ਦੂਜੇ ਨਾਲ ਸ਼ਿਕਾਇਤਾਂ ਕਰਨੀਆਂ, ਅਜੇ ਇਸੇ ਤਰ੍ਹਾਂ ਦਾ ਜੀਵਨ ਉਹਦਾ ਸੜਾਂ ਦੇ ਵਿੱਚ ਹੀ ਬੀਤਦਾ ਹੈ। ਕਦੀ ਵੀ ਉਹਦਾ ਜੀਵਨ ਪਿਆਰ ਮੁਹੱਬਤ ਦੇ ਵਿੱਚ ਜਿਹੜਾ ਹੈ ਉਹ ਨਹੀਂ ਬੀਤਦਾ।
ਮਾਥੇ ਤਿਰਕੁਟੀ ਦ੍ਰਿਸ਼ ਕਰੂਰ, ਬੋਲੇ ਕੌੜਾ ਜੇਬਾ ਕੀ ਫੂੜ। ਇਹ ਕ੍ਰੋਧ ਦੀ ਗੱਲ ਜਿਹੜੀ ਕੀਤੀ ਹੈ। ਤੋ ਸਤਿਗੁਰੂ ਜੀ ਨੇ ਸਾਨੂੰ ਇਹ ਵੀ ਗੱਲ ਸਮਝਾਈ ਹੈ, ਜਿਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਕਚਨਾ, ਸੁਣ ਮੂਰਖ ਮਨ ਅਜਾਨ। ਸ਼੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਗੱਲ ਵੀ ਕੀਤੀ ਵੀ ਗੰਢ ਪ੍ਰੀਤੀ ਮਿੱਠੇ ਬੋਲ ਹੈ, ਗੰਢ ਪ੍ਰੀਤੀ ਮਿੱਠੇ ਬੋਲ, ਪਰ ਟੂਟ ਪ੍ਰੀਤ ਗਈ ਬੁਰ ਬੋਲ। ਇਹ ਓਂਕਾਰ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦੱਸਿਆ, ਤੇ ਮਾਝ ਕੀ ਵਾਰ ਵਿੱਚ ਗੰਢ ਪ੍ਰੀਤੀ ਮਿੱਠੇ ਬੋਲ ਦੀ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਕੀਤੀ। ਲੋਭ ਹੈ ਜੋ ਵਸਤੂ ਦੂਜੇ ਕੋਲ ਹੋਵੇ ਉਹਦੀ ਪ੍ਰਾਪਤੀ ਦੀ ਇੱਛਾ ਕਰ ਲੈਣੀ। ਸੰਤੋਖ ਨਾ ਹੋਣ ਕਰਕੇ ਦੂਜਿਆਂ ਦੇ ਧਨ ਪਦਾਰਥਾਂ ਤੇ ਹੋਰ ਚੀਜ਼ਾਂ ਨੂੰ ਜਾਇਜ਼ ਜਾਂ ਨਜਾਇਜ਼ ਢੰਗ ਨਾਲ ਪ੍ਰਾਪਤ ਕਰਨ ਦੀ ਵਧੀ ਹੋਈ ਲਾਲਸਾ ਦਾ ਨਾਮ ਲੋਭ ਹੈ। ਇਹ ਕੁੱਤੇ ਵਰਗਾ ਹੈ। ਸਾਨੂੰ ਇਹਦੀ ਉਦਾਹਰਨ ਦਿੱਤੀ ਗਈ ਹੈ ਵੀ ਕੁੱਤਾ ਜਿਵੇਂ ਬਹੁਤ ਵਫਾਦਾਰ ਹੈ, ਪਰ ਹਲਕ ਜਾਵੇ ਤੇ ਮਾਲਕ ਨੂੰ ਵੀ ਵੱਢ ਲੈਂਦਾ ਹੈ। ਇਹ ਬਿਲਕੁਲ ਉਸ ਕੁੱਤੇ ਦੀ ਨਿਆਈ ਹੈ ਜਿਹੜਾ ਕ੍ਰੋਧ ਦੀ, ਜਦੋਂ ਅਸੀਂ ਲੋਭ ਦੀ ਗੱਲ ਕਰਦੇ ਹਾਂ। ਤੋ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਲੋਭ ਤੋਂ ਉੱਚਾ ਉੱਠਣ ਦੀ ਗੱਲ ਕੀਤੀ ਹੈ। ਇਹ ਲੋਭੀ ਬੰਦਾ ਦਾ ਸੁਭਾਅ ਬਣ ਜਾਂਦਾ, ਸਹਿਜ ਖੱਟੇ ਲੱਕ ਉੱਠਦਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇਹ ਗੱਲ ਲੋਭੀ ਦਾ ਇਹ ਸੁਭਾਅ ਹੁੰਦਾ ਹੈ। ਮਨੁੱਖ ਦੀਆਂ ਰੋਟੀ, ਕੱਪੜਾ, ਮਕਾਨ ਜੀਵਨ ਦੀਆਂ ਪ੍ਰਮੁੱਖ ਲੋੜਾਂ ਹਨ। ਜੀਵਨ ਨਿਰਵਾਹ ਲਈ ਚੰਗੀ ਖੁਰਾਕ ਖਾਣੀ ਇਹ ਮਨੁੱਖ ਦੀ ਲੋੜ ਹੈ। ਜਾਇਜ਼ ਵਸੀਲੇ ਵਰਤ ਕੇ, ਜਾਇਜ਼ ਢੰਗ ਵਰਤ ਕੇ, ਉਦਮ ਕਰਕੇ, ਮਿਹਨਤ ਕਰਕੇ ਇਹ ਚੀਜ਼ਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ। ਲੋਭ ਨਹੀਂ ਹੈ। ਇਹਨੂੰ ਅਸੀਂ ਲੋਭੀ ਕਿਉਂ ਨਹੀਂ ਕਹਿੰਦੇ। ਇਸ ਤੋਂ ਉੱਤੇ ਜਾ ਕੇ ਜਦੋਂ ਅਸੀਂ ਕਈ ਤਰ੍ਹਾਂ ਦੇ 36 ਪ੍ਰਕਾਰ ਦੇ ਸਵਾਦਲੇ ਭੋਜਨਾਂ ਦੀ ਬਿਰਤੀ ਬਣਾ ਲੈਂਦੇ ਹਾਂ, ਚਸਕਿਆਂ ਵਿੱਚ ਫਸ ਜਾਂਦੇ ਹਾਂ, ਖਾਣਾ ਪੀਣਾ ਸਾਡਾ ਸੰਜਮ 'ਚ ਨਹੀਂ ਰਹਿੰਦਾ, ਉਹਨੂੰ ਉਹ ਲੋਭ ਕਰਕੇ ਹੁੰਦਾ ਹੈ। ਇਸ ਕਰਕੇ ਸਾਨੂੰ ਉਸ ਬਿਰਤੀ ਤੋਂ ਬਚਣ ਦੀ ਹਮੇਸ਼ਾ ਹੀ ਲੋੜ ਰਹਿੰਦੀ ਹੈ। ਤਾਂ ਸਤਿਗੁਰੂ ਜੀ ਨੇ ਇਹ ਗੱਲ ਕੀਤੀ ਹੈ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ, ਜਿਨ ਕੀਤਾ ਤਿਸ ਨਾ ਜਾਣੀ, ਫਿਰ ਆਵੇ ਜਾਏ। ਇਹ ਲੋਭੀ ਦਾ ਸੁਭਾਅ ਹੈ। ਇਹ ਦੇਖਿਆ ਬਾਂਦਰ ਨੂੰ, ਕਿੰਨਾ ਹੁਸ਼ਿਆਰ ਤੇ ਕਿੰਨਾ ਚਲਾਕ ਜਾਨਵਰ ਹੈ, ਕਿੰਨਾ ਹੁਸ਼ਿਆਰ ਹੈ। ਬਾਂਦਰ ਨੂੰ ਖੁੱਲੇ ਹੋਏ ਦੇਖੋ, ਪਰ ਲੋਭ ਨੇ ਬਾਂਦਰ ਨੂੰ ਵੀ ਕਲੰਦਰ ਦਾ ਗੁਲਾਮ ਬਣਾ ਦਿੱਤਾ। ਭੀੜੇ ਮੂੰਹ ਵਾਲੀ ਕੁੱਜੀ, ਬਾਂਦਰ ਦਾ ਪਿਆਰ ਹੈ, ਬਾਂਦਰ ਦਾ ਲੋਭ ਹੈ ਛੋਲੇ, ਛੋਲਿਆਂ ਦੇ ਭੁੱਜੇ ਹੋਏ ਦਾਣੇ। ਤੇ ਕਲੰਦਰ ਨੇ ਉਸ ਕਮਜ਼ੋਰੀ ਨੂੰ ਫੜ ਲਿਆ। ਕਲੰਦਰ ਨੇ ਫੜਿਆ, ਕੁੱਜੀ ਲਈ ਭੀੜੇ ਮੂੰਹ ਵਾਲੀ, ਉਹਦੇ ਵਿੱਚ ਛੋਲਿਆਂ ਨਾਲ ਭਰ ਦਿੱਤੀ। ਬਾਂਦਰ ਨੇ ਲਾਲਚਵਸ ਹੋਏ ਨੇ ਆਪਣਾ ਹੱਥ ਵਿੱਚ ਪਾਇਆ ਤੇ ਉਹ ਮੁੱਠੀ ਵਿੱਚ ਫਸ ਗਈ। ਹੁਣ ਗੱਲ ਤਾਂ ਕੁਛ ਨਹੀਂ ਸੀ। ਇੱਕ ਪਾਸੇ ਇੱਕ ਮੁੱਠੀ ਉਸ ਛੋਲਿਆਂ ਦੀ ਹੈ, ਇੱਕ ਪਾਸੇ ਜ਼ਿੰਦਗੀ ਭਰ ਦੀ ਗੁਲਾਮੀ ਹੈ। ਚਾਹੇ ਤਾਂ ਮੁੱਠੀ ਖੋਲ ਕੇ ਬਾਂਦਰ ਆਜ਼ਾਦ ਹੋ ਸਕਦਾ ਸੀ, ਪਰ ਲੋਭ ਐਸਾ ਸੀ, ਐਸਾ ਲਾਲਚ ਹੈ, ਐਸੇ ਲਾਲਚ ਵਿੱਚ ਫਸਿਆ ਕਿ ਉਸਨੇ ਉਹ ਮੁੱਠੀ ਨਹੀਂ ਬੰਦ ਕੀਤੀ। ਕਲੰਦਰ ਆਇਆ, ਗਲ 'ਚ ਪਟਾ ਪਾਇਆ, ਇਸ਼ਾਰਿਆਂ ਤੇ ਨਚਾਇਆ, ਤੇ ਸਾਰੀ ਜ਼ਿੰਦਗੀ ਕਲੰਦਰ ਦੇ ਇਸ਼ਾਰਿਆਂ ਤੇ ਲੋਕਾਂ ਦੇ ਘਰ ਘਰ ਵਿੱਚ ਨੱਚਣ ਲੱਗ ਪਿਆ। ਲੋਭ ਦਾ ਰਿਜ਼ਲਟ ਇਹ ਹੁੰਦਾ ਹੈ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਇਹ ਕਬੀਰ ਜੀ ਦਾ ਗੋੜੀ ਰਾਗ ਵਿੱਚ ਸ਼ਬਦ ਆਉਂਦਾ ਸਾਨੂੰ ਮਿਲਦਾ ਹੈ। ਤਾਂ ਇਹ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਰੱਜ ਕੇ ਮਾਇਆ ਇਕੱਠੀ ਕਰ ਲਈਏ, ਚਸਕਿਆਂ ਦੇ ਭੋਗ ਲਈਏ, ਇਹ ਪੂਰਤੀਆਂ ਕਰਕੇ ਸਾਡੀ ਤ੍ਰਿਪਤੀ ਹੋ ਜਾਏਗੀ, ਅਸੀਂ ਤ੍ਰਿਪਤ ਹੋ ਜਾਵਾਂਗੇ। ਪਰ ਕਦੀ ਅੱਗ ਵੀ ਬਾਲਣ ਤੋਂ ਰਜੀ ਹੈ, ਜੋ ਪਾਵਕ ਈਂਧਨ ਨਹੀਂ ਤਰਾਪੇ। ਕਦੀ ਅੱਗ ਰੱਜੀ ਹੈ, ਜਿੰਨੇ ਬਾਲਣ ਹੋਰ ਪਾਓ, ਅੱਗ ਦਾ ਭਾਂਬੜ ਓਨਾ ਉੱਚਾ ਹੁੰਦਾ ਜਾਂਦਾ ਹੈ। ਜਿੰਨੀ ਇਹਨੂੰ ਆਪਣੇ ਮਨੁੱਖ ਜੀਵਨ ਨੂੰ ਅਸੀਂ ਪਦਾਰਥਾਂ ਦਾ ਭੋਜਨ ਪਾਵਾਂਗੇ, ਇਹਨਾਂ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਵੱਡੇ ਵੱਡੇ ਰਾਜਨ ਭੂਮਨ ਤਾਂ ਕੀ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਰਾਤੇ, ਲੋਚਨ ਕਛੂ ਨ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਦੀ ਤਰਾਪੇ, ਬਿਨ ਹਰ ਕਹਾਂ ਅਗਾਈ। ਕਿੱਥੇ ਰੱਜਾਂਗੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਆਉਂਦਾ ਹੈ। ਇਹ ਸਾਡਾ ਇੱਕ ਅਸਲ ਵਿੱਚ ਗੱਲ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੇ। ਜਦ ਤੱਕ ਸੰਤੋਖ ਨਹੀਂ ਹੈ, ਉਦੋਂ ਤੱਕ ਇਹ ਗੱਲ ਨਹੀਂ ਬਣਨੀ। ਤੇ ਦੁਨੀਆਦਾਰ ਦੀਆਂ ਤੰਗ ਅੱਖਾਂ, ਇਹ ਜਿਹੜਾ ਸ਼ੇਖ ਸ਼ਾਦੀ ਲਿਖਦਾ ਹੈ, ਇਹ ਦੁਨੀਆਦਾਰ ਮਨੁੱਖ ਦੀਆਂ ਤੰਗ ਅੱਖਾਂ ਦੋ ਚੀਜ਼ਾਂ ਨਾਲ ਭਰ ਸਕਦੀਆਂ ਹਨ, ਜਾਂ ਸੰਤੋਖ ਨਾਲ ਤੇ ਜਾਂ ਕਬਰ ਦੀ ਮਿੱਟੀ ਨਾਲ। ਜਾਂ ਬੰਦਾ ਮਰ ਗਿਆ ਤੇ ਉਦੋਂ ਸੰਤੋਖ, ਤੇ ਜਾਂ ਬਸ ਉਹਦਾ
ਮੋਹ ਦਾ ਕੀ ਹੈ? ਵੀ ਕਿਸੇ ਚੀਜ਼ ਦਾ ਹੱਦੋਂ ਵੱਧ ਹੱਦੋਂ ਵੱਧ ਉਹਦੀ ਪਕੜ ਜਾਂ ਲਗਾਓ, ਇੱਕ ਲਿਮਟ ਤੋਂ ਬਾਹਰ ਹੋ ਕੇ ਜਿਹਦੀ ਗੱਲ ਕਰਨੀ, ਆਪਣੇ ਫਰਜ਼ ਪਾਲਣ ਦੇ ਨਾਂ ਨੂੰ ਕਿਸੇ ਨਾਲ ਸਨੇਹ ਕਰਨਾ ਜਾਂ ਪ੍ਰੇਮ ਕਰਨਾ ਮੋਹ ਨਹੀਂ ਹੈ। ਅਗਿਆਨਤਾ ਕਰਕੇ ਸੰਸਾਰ ਦੇ ਪਦਾਰਥਾਂ ਵਿੱਚ ਮਨ ਨੂੰ ਖਚਿਤ ਕਰਕੇ ਉਹਨਾਂ ਵਿੱਚ ਮਗਨ ਹੋ ਜਾਣ ਦਾ ਨਾਮ ਮੋਹ ਹੈ। ਇਹ ਮਾਇਆ ਜਿਤ ਧਰ ਵਿਸਰੇ ਮੋਹ ਉਪਜੇ ਭਾਵ ਦੂਜਾ ਲਾਇਆ, ਇਹਨੂੰ ਮੋਹ ਕਿਹਾ ਗਿਆ। ਸੰਸਾਰ ਚ ਰਹਿੰਦਿਆਂ ਜੇ ਵਾਹਿਗੁਰੂ ਦੀ ਯਾਦ ਹੈ ਤਾਂ ਉਹ ਪ੍ਰੇਮ ਹੈ। ਯਾਦ ਤੇ ਸਿਮਰਨ ਤੋਂ ਬਿਨਾਂ ਜੋ ਲਗਾਓ ਹੈ ਉਹ ਮੋਹ ਹੈ। ਤਾਂ ਮੋਹ ਦਾ ਜਜ਼ਬਾ ਇੰਨਾ ਕੁ ਸੂਖਮ ਹੈ, ਇੰਨਾ ਤੇਜ਼ ਵੀ ਹੈ ਕਿ ਮਨੁੱਖ ਨੂੰ ਕਿੰਨਾ ਵੀ ਖੁਸ਼ਕੀ ਜਿਹਾ ਬਣਾ ਦਿੰਦਾ ਹੈ। ਕਿਸੇ ਨਾ ਕਿਸੇ ਚੀਜ਼ ਨਾਲ ਪਿਆਰ ਕਰਨਾ ਕਰੇਗਾ, ਪਰ ਫਿਰ ਕਈ ਵਾਰੀ ਇਹ ਵੀ ਹੁੰਦਾ ਘਰ-ਬਾਰ ਤਿਆਗ ਕੇ, ਜਾਨਵਰ ਪਾਲ ਕੇ, ਬਗੀਚੀਆਂ ਲਾ ਕੇ, ਕੱਖਾਂ ਦੀ ਝੁੱਗੀ ਪਾ ਕੇ ਉਹਨਾਂ ਦਾ ਨੇੜਤਾ ਬਣਾਉਣਾ ਚਾਹੁੰਦਾ ਹੈ। ਇਹ ਮੋਹ ਹੈ। ਮਨੁੱਖ ਦੇ ਹਮਦਰਦੀ ਦਾ ਜਜ਼ਬਾ ਵੀ ਇਸੇ ਕਰਕੇ ਹੀ ਹੈ। ਮੋਹ ਨੂੰ ਕਾਇਮ ਰੱਖਣ ਲਈ ਚੇਤਾ ਸ਼ਕਤੀ ਬੜਾ ਕੰਮ ਕਰਦੀ ਹੈ। ਤੋ ਇਹ ਮੋਹ ਦੀ ਪਰਿਭਾਸ਼ਾ ਜਿਹੜੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੋਹ ਨੂੰ ਖੂਹ, ਚਿੱਕੜ ਜਾਲ, ਫਾਹੀ ਦੀ ਰੱਸੀ, ਮਹਾਸਾਗਰ ਤੇ ਨੀਂਦਰ, ਇਹਨਾਂ ਚੀਜ਼ਾਂ ਦੇ ਨਾਲ ਤੁਲਨਾ ਕੀਤੀ ਗਈ ਹੈ। ਅਸੀਂ ਫਰਜ਼ ਪਾਲਣੇ ਹਨ, ਪਰ ਫਰਜ਼ ਪਾਲਦਿਆਂ ਪਾਲਦਿਆਂ ਫਰਜ਼ਾਂ ਤੋਂ ਉੱਠ ਕੇ ਚੱਲਣਾ ਤੇ ਗੁਰੂ ਅੱਗੇ ਬੇਨਤੀ ਕਰਨੀ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਔਰ ਬਾਹ ਪ੍ਰਭੂ ਪਕੜਾਏ ਜੀਓ। ਸੱਚੇ ਪਾਤਸ਼ਾਹ ਬਾਹ ਫੜ ਕੇ ਕੱਢ, ਅਸੀਂ ਡੁੱਬਦੇ ਜਾ ਰਹੇ ਹਾਂ। ਇਹ ਗੁਰੂ ਅੱਗੇ ਬੇਨਤੀ ਕਰਨੀ ਹੈ, ਜਿਹੜੀ ਕਰਨੀ ਹੈ। ਹੰਕਾਰ ਸਭ ਤੋਂ ਵੱਡਾ ਮਨੁੱਖ ਦਾ ਜਜ਼ਬਾ ਹੈ। ਇਹ ਅਸੀਂ ਮੰਨਦੇ ਹਾਂ ਧਨ ਪਿਰ ਕਾ ਇੱਕ ਸੰਗ ਹੀ ਵਾਸਾ, ਵਿੱਚ ਹੋਮੇ ਭੀਤ ਕਰਾਰੀ, ਗੁਰ ਪੂਰੇ ਹੋਮੇ ਭੀਤ ਤੋਰੀ, ਜਦ ਨਾਨਕ ਮਿਲੇ ਬਨਵਾਰੀ। ਪਰ ਇਹ ਵੀ ਨਾਲ ਦਾ ਅਸੀਂ ਗੱਲ ਸਮਝਦੇ ਹਾਂ ਕਿਹੜੀ, ਹੋਂ ਭੀਤ ਪਿਓ ਹੈ ਵਿੱਚੋਂ ਸੁਧ ਦੇਸ਼ ਨਿਕਟਾਇਓ, ਭਾਂਬੀਰੀ ਕੋ ਪਾਤ ਪਾਰ ਦੋ ਬਿਨ ਦੇਖੇ ਦੋਰਾਇਓ। ਤੋ ਇਹ ਹੋਮੇ ਹੈ ਜਿਹੜੀ ਸਾਡੇ ਅੰਦਰ ਹੈ, ਪਰ ਹੋਮੇ ਗੁਰੂ ਦੇ ਸ਼ਬਦ ਦੇ ਨਾਲ ਖਤਮ ਹੁੰਦੀ ਹੈ। ਇਹ ਕੰਡਾ ਹੈ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਵੀ ਮਨੁੱਖ ਕੰਡੇ, ਇਹ ਪੀੜ ਦਾ ਤੁਰਦਾ ਹੈ, ਤੇ ਜਦੋਂ ਤੁਰਦਾ ਹੈ ਸਾਖਤ ਹਰ ਸਾਧਨਾ ਜਾਣਿਆ, ਤੇਨੇ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੇਂ, ਜਮਕਾਲ ਸਹਿਸੜ ਡੰਡਾ ਹੈ। ਇਹੋ ਹੈ, ਇਹ ਹਾਲਤ ਸਾਡੀ ਹੈ। ਤੋ ਹੰਕਾਰ ਨੂੰ ਗੁਰੂ ਸਾਹਿਬ ਜੀ ਨੇ ਇੱਕ ਬਹੁਤ ਵੱਡੀ ਰੁਕਾਵਟ ਦੱਸਿਆ ਪਰਮਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ। ਜਦੋਂ ਬੰਦਾ ਇਹ ਸਮਝ ਲੈਂਦਾ ਹੋਂ ਬੰਧੂ ਹੋਂ ਸਾਧੂ ਬੈਰ, ਅਮਰੀ ਭੂ ਕੌਣ ਘਾਲੇ ਪੈਰ, ਹੋਂ ਪੰਡਤ ਹੋਂ ਚਤਰ ਸਿਆਣਾ, ਕਰਨੇ ਹਾਰ ਨਾ ਬੁਝੇ ਬਿਗਾਨਾ। ਜਦੋਂ ਇਹ ਗੱਲ ਕਹਿੰਦਾ ਤਾਂ ਫਿਰ ਇਹਦਾ ਮਤਲਬ ਉਹ ਹੰਕਾਰੀ ਹੈ। ਹੋਂ ਸੂਰਾ ਪ੍ਰਧਾਨ ਹੋ ਨਾ ਕੋ ਨਾ ਹੀ ਮੁਝੇ ਸਮਾਨੀ, ਜੋਬਨਵੰਤ ਆਚਾਰ ਕਲੀਨਾ, ਮਨ ਮੈਂ ਹੋਏ ਗਮਾਨੀ। ਸਤਿਗੁਰ ਪਾਤਸ਼ਾਹ ਕਹਿੰਦੇ ਨਹੀਂ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤਾਂ ਗੁਰੂ ਸਾਹਿਬ ਨੇ ਗੁਰਬਾਣੀ 'ਚ ਸਾਨੂੰ ਇਹ ਚੀਜ਼ਾਂ ਦੀ ਫਿਲਾਸਫੀ ਸਾਨੂੰ ਦਿੱਤੀ ਹੈ, ਇਹ ਸਾਨੂੰ ਸਮਝਾਈ ਹੈ। ਇਹ ਗੱਲ ਮੰਨਣ ਵਾਲੀ ਹੈ। ਹੋਮੇ ਰੋਗ ਮਾਨੁਖ ਕੋ ਦੀਨਾ, ਹੋਮੇ ਰੋਗ ਵੱਡਾ ਸੰਸਾਰ ਹੈ, ਹੋਮੇ ਨਾਵੇਂ ਨਾਲ ਵਿਰੋਧ ਹੈ। ਅਸੀਂ ਚੀਜ਼ਾਂ ਪੜ੍ਹਦੇ ਹਾਂ, ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹਨ। ਇਹ ਵੀ ਪਤਾ ਹੋਮੇ ਜਾਈ ਤਾਂ ਕੰਤ ਸਮਾਈ। ਹੁਣ ਗੱਲ ਹੈ ਵੀ ਇਹ ਆਸਾ ਕੀ ਬਾਰੇ ਕੋਈ ਸਵਾਲ ਆਉਂਦਾ ਹੈ, ਹੋਮੇ ਕਿੱਥੋਂ ਉਪਜੇ, ਕਿਤ ਸੰਜਮੇ ਜਾਏ, ਹੋਮੇ ਇਹੋ ਹੁਕਮ ਹੈ, ਪਿਆ ਕਿਰਤ ਫਿਰਾਏ। ਤੇ ਇਹ ਸਾਰੇ ਸਰੀਰ ਜਿਹੜੀ ਹੈ ਤੇ ਅਖੀਰ ਤੇ ਜਾ ਕੇ ਸਤਿਗੁਰੂ ਕਹਿੰਦੇ ਨੇ, ਹੋਮੇ ਦੀਰਘ ਰੋਗ ਹੈ ਦਾਰੂ ਵੀ ਇਸ ਮਾਏ। ਕਦੋਂ ਦਾਰੂ ਬਣਦੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਦੋਂ ਗੁਰੂ ਦਾ ਸ਼ਬਦ ਕਮਾਉਂਦੇ ਉਹ ਦਾਰੂ ਹੈ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਹੋਮੇ ਦਾ ਰੋਗ ਦੂਰ ਹੋ ਜਾਂਦਾ ਹੈ, ਪ੍ਰਭੂ ਦੀ ਕਿਰਪਾ ਹੋ ਜਾਏ, ਉਹਦੀ ਸ਼ਰਨ ਪੈ ਕੇ ਸਤਸੰਗਤ ਵਿੱਚ ਜੁੜ ਕੇ ਜਦੋਂ ਸ਼ਬਦ ਦੀ ਕਮਾਈ ਕਰੀਏ, ਸ਼ਬਦ ਵਿੱਚ ਸੁਰਤ ਜੋੜ ਲਈਏ, ਤਾਂ ਫਿਰ ਸਾਡੇ ਇਹ ਹੋਮੇ ਤੋਂ ਜਿਹੜੀ ਹੈ ਖਲਾਸੀ ਹੋ ਜਾਂਦੀ ਹੈ। ਇਹ ਜਿਹੜਾ ਵੱਡਾ ਰੋਗ ਸੀ ਉਹ ਖਤਮ ਹੋ ਜਾਂਦਾ। ਨਾਨਕ ਸੋ ਸੂਰਾ ਬੁਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰ ਨ ਮਾਰਿਆ। ਗੁਰੂ ਅਮਰਦਾਸ ਮਹਾਰਾਜ ਇਹ ਕਹਿੰਦੇ ਨੇ ਉਹ ਸਭ ਤੋਂ ਵੱਡਾ ਸੂਰਮਾ ਹੈ। ਤਾਂ ਸਾਡੇ ਬੜੇ ਸਪਸ਼ਟ ਹੈ ਕਿ ਇਹ ਪੰਜ ਜਿਹੜੇ ਵਿਕਾਰ ਨੇ, ਇਹ ਵਿਕਾਰ ਉਦੋਂ ਨੇ ਜਦੋਂ ਸਾਡੇ ਇਹ ਸਮਝ ਤੋਂ ਬਾਹਰ ਹੋ ਜਾਂਦੇ ਹਨ, ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ। ਸਿੱਖੀ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰਨ ਦੀ ਗੱਲ ਨਹੀਂ ਕੀਤੀ, ਜਿਹੜੀ ਦੂਜੇ ਮਤਾਂ ਨੇ ਕੀਤੀ ਹੈ। ਸੁਧਾਰਨ ਦੀ ਗੱਲ ਕੀਤੀ ਹੈ। ਕਾਮ ਨੂੰ ਸੰਜਮ ਤੇ ਸ਼ਕਤੀ ਵਿੱਚ ਬਦਲ ਦੇਣਾ, ਕ੍ਰੋਧ ਨੂੰ ਵੀਰਤਾ ਤੇ ਵੀਰ ਰਸ ਵਿੱਚ ਬਦਲ ਦੇਣਾ, ਲੋਭ ਨੂੰ ਮਿਹਨਤ ਤੇ ਸੰਤੋਖ ਦੇ ਵਿੱਚ ਬਦਲਣਾ,
ਮੋਹ ਨੂੰ ਪ੍ਰੇਮ ਤੇ ਕੁਰਬਾਨੀ ਵਿੱਚ ਬਦਲਣਾ, ਹੰਕਾਰ ਨੂੰ ਸਵੈਮਾਨ ਤੇ ਅਣਖ ਵਿੱਚ ਬਦਲਣਾ ਇਹ ਸਿੱਖੀ ਦਾ ਸਿਧਾਂਤ ਹੈ। ਗੁਰੂ ਕਿਰਪਾ ਕਰੇ ਇਹ ਸਿਧਾਂਤ ਸਾਨੂੰ ਵੀ ਜੀਵਨ ਵਿੱਚ ਸਮਝ ਆ ਜਾਏ, ਅਸੀਂ ਇੱਥੇ ਅਮਲ ਕਰ ਸਕੀਏ। ਤਾਂ 5 ਵਿਕਾਰਾਂ ਦੀ ਗੱਲ ਜਿਹੜੀ ਗੁਰਬਾਣੀ ਨੇ ਦਿੱਤੀ, ਉਹ ਮੈਂ ਆਪ ਜੀ ਦੇ ਨਾਲ ਥੋੜਾ ਜਿਹਾ ਲੰਬਾ ਸਮਾਂ ਲੈ ਕੇ ਵੀ ਕੀਤੀ ਤਾਂ ਕਿ ਸਾਨੂੰ ਇਹ ਸਮਝ ਆ ਜਾਏ। ਜਿਹੜੇ ਦੂਜੇ ਮਤਾਂ ਦੀ ਵੀ ਗੱਲ ਹੈ, ਉਹਦੇ 'ਚ ਇਹ ਹੈ ਵੀ ਇਹ 5 ਮੁੱਖ ਔਗਣ ਨੇ ਜਿਹੜੇ ਜ਼ਿੰਦਗੀ ਦੇ ਸੰਤੁਲਨ ਨੂੰ ਵਿਗਾੜ ਦਿੰਦੇ ਨੇ। ਇਹਨਾਂ ਨੂੰ ਚੋਰ, ਠੱਗ, ਬਟਵਾਰੇ, ਚੰਡਾਲ, ਦੂਤ, ਦੋਖ, ਰੋਗ, ਵਿਖਾਦੀ ਤੇ ਇਹ ਪੰਚ ਆਖ ਕੇ ਇਹ ਵੀ ਕਿ ਉਹਨਾਂ ਨੇ ਕਿਹਾ ਗਿਆ, ਗੁਰਬਾਣੀ ਦੇ ਵਿੱਚ ਵੀ ਇਹ ਕਿਹਾ, ਅਵਰ ਪੰਚ ਹਮ ਏਕ ਜਨਾ ਤੂੰ ਰਾਖੇ ਘਰ ਮਾਨਵਣਾ, ਮਾਰੇ ਲੁੱਟੇ ਨੀਤ ਨੀਤ ਕਿਸੇ ਅੱਗੇ ਕਰੀ ਪੁਕਾਰ ਜਨਾ। ਇਹ ਵੀ ਗੱਲ ਕੀਤੀ ਗਈ ਹੈ। ਤਾਂ ਸਤਿਗੁਰੂ ਜੀ ਨੇ ਜਿਹੜੀ ਗੱਲ ਕੀਤੀ ਉਹ ਹੈ, ਪੰਚ ਵਿਕਾਰ ਮਨ ਮੈਂ ਬਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਗੁਰੂ ਦੀ ਸੰਗਤ ਵਿੱਚੋਂ ਇਹ ਜੀਵਨ ਪਵਿੱਤਰ ਹੋ ਜਾਂਦਾ ਹੈ। ਇਹ ਸਤਿਗੁਰੂ ਜੀ ਨੇ ਬਖਸ਼ ਸਾਡੇ ਤੇ ਕੀਤੀ। ਹੋਈਆਂ ਭੁੱਲਾਂ ਦੀ ਖਿਮਾ ਜੀ। ਇਸ ਤੋਂ ਅਗਲੀਆਂ ਵਿਚਾਰਾਂ ਅਸੀਂ ਅਗਲੇ ਹਫ਼ਤੇ ਕਰਾਂਗੇ। ਪਿਆਰ ਸਤਿ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।